ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਅਸੀਂ ਮਾਹਵਾਰ ਦੀ ਵਿਚਾਰ ਤੋਂ ਸਾਂਝੀ ਕਰ ਰਹੇ ਹਾਂ ਔਰ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 11 ਪੌੜੀਆਂ ਦੀ ਸਾਂਝੀ ਕਰ ਚੁੱਕੇ ਹਾਂ। ਅੱਜ 12 ਨੰਬਰ ਪੌੜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਇਸ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਹੈ, ਸਥਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 143 ਤੇ ਅੰਕਿਤ ਹੈ। ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ਼। ਇਹ ਸ਼ਲੋਕ ਦੀ ਪਹਿਲੀ ਪੰਕਤੀ ਹੈ। ਤਾਰੂ ਦਾ ਮਤਲਬ ਹੈਗਾ ਪਾਣੀ, ਡੂੰਘਾ ਪਾਣੀ, ਜਿਹਦੇ ਵਿੱਚੋਂ ਤਰ ਕੇ ਪਾਰ ਜਾਇਆ ਜਾਏ। ਤਾਰੂ ਦਾ ਮਤਲਬ ਡੂੰਘਾ ਪਾਣੀ। ਪੰਖੀ ਦਾ ਮਤਲਬ ਪੰਛੀ। ਮੱਛੀ ਇੱਥੇ ਥੋੜਾ ਜਿਹਾ ਰੁਕਣਾ ਹੈ। ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ਼। ਯਾਨੀ ਤਾਰੂ ਪਾਣੀ, ਡੂੰਘਾ ਪਾਣੀ ਮੱਛੀ ਨੂੰ ਕੀ ਕਰ ਸਕਦਾ ਹੈ? ਡੂੰਘੇ ਪਾਣੀ ਦਾ ਅਸਰ ਮੱਛੀ ਦੇ ਉੱਤੇ ਹੈ, ਜਾਂ ਜਿੰਨਾ ਮਰਜ਼ੀ ਡੂੰਘਾ ਪਾਣੀ ਹੋਏ, ਮੱਛੀ ਨੂੰ ਉਹਦੀ ਪਰਵਾਹ ਨਹੀਂ ਦੀ ਡੂੰਘਾਈ ਦਾ ਕੋਈ ਅਸਰ ਨਹੀਂ ਪੈਂਦਾ। ਪੰਖੀ ਕਿਆ ਆਕਾਸ਼ ਦਾ ਮਤਲਬ ਆਕਾਸ਼ ਪੰਛੀ ਨੂੰ ਕੀ ਕਰ ਸਕਦਾ ਹੈ? ਯਾਨੀ ਆਕਾਸ਼ ਜਿੰਨਾ ਮਰਜ਼ੀ ਖੁੱਲਾ ਹੋਵੇ, ਹੋਰ ਹੋ ਜਾਏ ਖੁੱਲਾ ਜਿੰਨਾ ਮਰਜ਼ੀ ਹੋਵੇ, ਤਾਂ ਉਹਦਾ ਇਹਦੇ ਉੱਤੇ ਕੋਈ ਅਸਰ ਨਹੀਂ ਹੈ। ਪੰਛੀ ਆਪਣੀਆਂ ਉਡਾਰੀਆਂ ਲਗਾਉਂਦਾ ਰਹਿੰਦਾ। ਪਾਣੀ ਆਪਣੀ ਡੂੰਘਾਈ ਦਾ ਤੇ ਆਕਾਸ਼ ਆਪਣੀ ਖੁੱਲ ਦਾ ਅਸਰ ਪੰਛੀ ਤੇ ਔਰ ਮੱਛੀ ਤੇ ਨਹੀਂ ਪਾ ਸਕਦਾ। ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਘਰ ਵਾਸ। ਪੱਥਰ ਤੇ ਥੋੜਾ ਜਿਹਾ ਵਿਸ਼ਰਾਮ ਲਗਾਣਾ ਹੈ। ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਘਰ ਵਾਸ। ਪਾਲਾ ਦਾ ਮਤਲਬ ਕੱਕਰ, ਸਰਦੀ। ਪਾਲਾ ਕੱਕਰ ਜਿਹੜਾ ਹੈ, ਪੱਥਰ ਉੱਤੇ ਅਸਰ ਨਹੀਂ ਪਾ ਸਕਦਾ ਕਿ ਠੰਡ ਦੇ ਨਾਲ ਪੱਥਰ ਨੂੰ ਕੋਈ ਰੋਗ ਬਿਮਾਰੀ ਲੱਗ ਜਾਏ, ਜਾਂ ਉਹ ਸੁੰਗੜ ਜਾਏ, ਜਾਂ ਵੱਡਾ ਹੋ ਜਾਏ। ਪੱਥਰ ਦੇ ਉੱਤੇ ਕੋਈ ਅਸਰ ਨਹੀਂ ਹੈ ਪਾਲੇ ਦਾ। ਖੁਸਰੇ ਕਿਆ ਘਰ ਵਾਸ। ਸੇਬੇ ਦਾ ਅਸਰ ਉੱਤੇ ਨਹੀਂ ਹੈ। ਜੇ ਖੁਸਰੇ ਦਾ ਵਿਆਹ ਸ਼ਾਦੀ ਕਰ ਦੋ ਤਾਂ ਉਹ ਸੰਤਾਨ ਪੈਦਾ ਨਹੀਂ ਕਰ ਸਕੇਗਾ। ਉਸ ਘਰ ਦੇ ਵਾਸ ਦਾ ਅਸਰ ਖੁਸਰੇ ਦੇ ਉੱਤੇ ਨਹੀਂ ਪੈਂਦਾ। ਕੁੱਤੇ ਚੰਦਨ ਲਾਈਐ, ਭੀ ਸੋ ਕੁੱਤੀ ਧਾਤ। ਧਾਤ ਦਾ ਮਤਲਬ ਅਸਲਾ, ਆਦਤ। ਜੇ ਕੁੱਤੇ ਨੂੰ ਚੰਦਨ ਵੀ ਲਾ ਦਈਏ ਤਾਂ ਉਹਦੀਆਂ ਆਦਤਾਂ ਕੁੱਤਿਆਂ ਵਾਲੀਆਂ ਰਹਿਣੀਆਂ ਨੇ। ਉਹਦਾ ਅਸਲਾ ਕੁੱਤਿਆਂ ਵਾਲਾ ਹੀ ਰਹਿਣਾ ਹੈ। ਚੰਦਨ ਲਗਾਉਣ ਦੇ ਨਾਲ ਕੁੱਤੇ ਨੇ ਕੋਈ ਸ਼ੇਰ ਨਹੀਂ ਬਣ ਜਾਣਾ, ਉਹਦੇ ਸੁਭਾਅ ਦੇ ਅੰਦਰ ਬਦਲਾਵ ਨਹੀਂ ਆ ਜਾਣਾ। ਚੰਦਨ ਲਾਈ ਜੋ ਕੁੱਤੇ ਦੀ ਆਦਤ ਕੁੱਤਿਆਂ ਵਾਲੀ ਰਹਿਣੀ ਹੈ, ਉਹਦਾ ਅਸਲਾ ਕੁੱਤਿਆਂ ਵਾਲਾ ਹੀ ਰਹਿਣਾ। ਬੋਲਾ ਜੇ ਸਮਝਾਈਐ, ਪੜ੍ਹੀ ਹੈ ਸਿਮਰਿਤ ਪਾਠ। ਇਹਨੂੰ ਸਿਮਰਤ ਨਹੀਂ ਪੜਨਾ, ਸਿਮਰਿਤ। ਤੇ ਪੜ੍ਹੀਏ ਦਾ ਉਚਾਰਨ ਬਿੰਦੀ ਲਗਾ ਕੇ ਕਰਾਂਗੇ, ਪੜ੍ਹੀਆਂ ਹੈ, ਕਿਉਂਕਿ ਪੜ੍ਹਨਾ ਕਿਰਿਆ ਹੈ। ਕਿਰਿਆਵਾਚੀ ਹਾਹੇ ਦੇ ਨਾਲ ਜਦੋਂ ਸਿਹਾਰੀ ਆਉਂਦੀ ਹੈ, ਬਹੁਵਚਨੀ ਸ਼ਬਦ ਹੁੰਦਾ ਹੈ, ਤੇ ਉਚਾਰਨ ਜਿਹੜਾ ਹੈ ਬਿੰਦੀ ਸਹਿਤ ਹੋਏਗਾ। ਬੋਲਾ ਜੇ ਸਮਝਾਈਏ, ਪੜ੍ਹੀਏ ਸਿਮਰਿਤ ਪਾਠ। ਬੋਲੇ ਮਨੁੱਖ ਨੂੰ ਜੇ ਮੱਤਾਂ ਦੇਈਏ ਔਰ ਸਿਮਰਤੀਆਂ ਦੇ ਪਾਠ ਕਰੀਏ ਤਾਂ ਉਹਦੇ ਤੇ ਉਹਦਾ ਅਸਰ ਨਹੀਂ ਹੈ, ਕਿਉਂਕਿ ਬੋਲੇ ਨੂੰ ਸੁਣ ਹੀ ਨਹੀਂ ਰਿਹਾ। ਜਿਹੜਾ ਜਮਾਂਦਰੂ ਬੋਲਾ ਹੈ, ਜਿਹਦੇ ਕੰਨਾਂ ਵਿੱਚ ਆਵਾਜ਼ ਹੀ ਨਹੀਂ ਪਈ, ਉਹਨੂੰ ਬੋਲ ਬੋਲ ਕੇ ਸਮਝਾਈ ਜਾਓ, ਉਹਦੇ ਕੋਲ ਸਿਮਰਤੀਆਂ ਸ਼ਾਸਤਰਾਂ ਦੇ ਪਾਠ ਪੜ੍ਹੀ ਜਾਓ, ਤਾਂ ਉਹਦੇ ਤੇ ਕੋਈ ਅਸਰ ਹੀ ਨਹੀਂ ਹੈ, ਕਿਉਂਕਿ ਸੁਣ ਹੀ ਨਹੀਂ ਪਾ ਰਿਹਾ ਨਾ। ਅੰਧਾ ਚਾਨਣ ਰੱਖੀਐ, ਦੀਵੇ ਬਲਹਿ 50। ਚਾਨਣ ਦੇ ਨਾਣੇ ਨਾਲ ਸਿਹਾਰੀ ਹੈ। ਇਹਦਾ ਮਤਲਬ ਚਾਨਣ ਵਿੱਚ ਜਿਹੜਾ ਜਮਾਂਦਰੂ ਅੰਨਾ ਬੰਦਾ ਹੈ ਜਾਂ ਵੈਸੇ ਅੰਧਾ ਹੋ ਗਿਆ ਹੈ, ਜੇ ਉਹਨੂੰ ਚਾਨਣ ਵਿੱਚ ਰੱਖੀਏ, ਭਾਵੇਂ ਉਹਦੇ ਚ ਫਿਰ 50 ਦੀਵੇ ਬਾਲ ਦਈਏ, ਲਾਈਟਾਂ ਜਗਾ ਦਈਏ, ਤਾਂ ਉਹਦੇ ਉੱਤੇ ਚਾਨਣ ਦਾ, 50 ਦੀਵਿਆਂ ਦਾ ਕੋਈ ਅਸਰ ਨਹੀਂ, ਕਿਉਂਕਿ ਦਿਸ ਹੀ ਨਹੀਂ ਰਿਹਾ ਨਾ। ਉਹਦੇ ਤੇ ਚਾਨਣ ਦਾ ਕੋਈ ਅਸਰ ਨਹੀਂ ਹੈ। ਹਨੇਰੇ ਵਿੱਚ ਰੱਖੋ, ਚਾਨਣ ਵਿੱਚ ਰੱਖੋ, ਕਿਉਂਕਿ ਉਹਨੂੰ ਪਤਾ ਹੀ ਨਹੀਂ, ਹਨੇਰੇ ਚਾਨਣ ਦਾ ਦਿਸਦਾ ਹੀ ਨਹੀਂ।
ਚੌਣੇ ਸੋਇਨਾ ਪਾਈਐ, ਚੁਣ ਚੁਣ ਖਾਵੇ ਘਾਸ। ਚੌਣੇ ਦਾ ਮਤਲਬ ਹੈਗਾ ਗਾਈਆਂ ਦਾ ਵੱਗ, ਪਸ਼ੂਆਂ ਦਾ ਵੱਗ, ਜਿਹਦੇ ਵਿੱਚ ਬਹੁਤ ਸਾਰੀਆਂ ਗਾਵਾਂ ਹੋਣ, ਮੱਝਾਂ ਹੋਣ, ਤਾਂ ਉਹ ਗਾਵਾਂ ਦੇ ਵੱਗ ਨੂੰ ਚੌਣਾ ਕਹਿ ਦਿੰਦੇ ਨੇ, ਜਿਨ੍ਹਾਂ ਨੂੰ ਬਾਹਰ ਜੰਗਲ ਦੇ ਵਿੱਚ, ਪੈਲੀਆਂ ਵਿੱਚ ਚਰਾਉਣ ਵਾਸਤੇ ਲਿਜਾਇਆ ਜਾਂਦਾ ਹੈ। ਚੌਣੇ ਸੋਇਨਾ ਪਾਈ, ਜੇ ਗਾਵਾਂ ਦੇ ਵੱਗ ਨੂੰ, ਪਸ਼ੂਆਂ ਦੇ ਵੱਗ ਨੂੰ, ਜਿਹਦੇ ਵਿੱਚ ਗਾਵਾਂ ਨੇ, ਮੱਝਾਂ ਨੇ, ਪਰ ਵੱਗ ਅੱਗੇ ਜੇ ਸੋਨਾ ਪਾ ਦਈਏ, ਸੋਨਾਰ ਦਈਏ, ਤਾਂ ਉਹਨੇ ਸੋਨੇ ਨੂੰ ਕੁਛ ਨਹੀਂ ਕਰਨਾ, ਪੈਰਾਂ ਥੱਲੇ ਲਤਾੜਨਗੇ, ਸੋਨੇ ਨੂੰ ਪਰੇ ਕਰਨਗੇ ਤੇ ਘਾਹ ਖਾਣਗੇ ਚੁਣ ਚੁਣ ਕੇ। ਉਹਨਾਂ ਉੱਤੇ ਸੋਨੇ ਦਾ ਕੋਈ ਅਸਰ ਨਹੀਂ ਹੈ, ਕਿਉਂਕਿ ਸੋਨੇ ਦੀ ਮਹਾਨਤਾ ਤੇ ਨਹੀਂ ਪਤਾ। ਉਹਨਾਂ ਨੇ ਕਿਹੜਾ ਕੜੇ ਬਣਾ ਕੇ ਪਾਲੀਆਂ ਨੇ ਮੱਝਾਂ ਗਾਵਾਂ ਨੇ, ਉਹਨਾਂ ਨੂੰ ਪਤਾ ਨਹੀਂ ਹੈ ਨਾ। ਸੋਨਾ ਵੀ ਖਿਲਾਰ ਦੇ ਤਾਂ ਵੀ ਉਹ ਚੁਣ ਚੁਣ ਕੇ ਘਾਹ ਹੀ ਖਾਣਗੇ। ਲੋਹਾ ਮਾਰਨ ਪਾਈਐ, ਇਹ ਨਾ ਹੋਏ ਕਪਾਸ। ਇੱਥੇ ਮਾਰਨ ਦੇ ਅਰਥ ਕਈਆਂ ਨੇ ਕੁੱਟਣਾ ਕਿਹਾ ਹੈ, ਝੰਬਣਾ ਕਿਹਾ ਹੈ, ਲੇਕਿਨ ਭਾਈ ਕਾਨ ਸਿੰਘ ਜੀ ਨਾਭਾ ਦਾ ਅਰਥ ਕਰਦੇ ਨੇ ਭੱਠੀ ਵਿੱਚ, ਤੇ ਇਹ ਜ਼ਿਆਦਾ ਯੋਗ ਹੈ। ਲੋਹਾ ਮਾਰਨ ਪਾਈਐ, ਜੇ ਲੋਹੇ ਨੂੰ ਭੱਠੀ ਦੇ ਵਿੱਚ ਪਾ ਦਿੱਤਾ ਹੋ ਜਾਏ, ਅੱਗ ਦੀ ਭੱਠੀ ਵਿੱਚ, ਤਾਂ ਲੋਹਾ ਪਿਘਲ ਤੇ ਸਕਦਾ ਹੈ। ਤਹਿ ਨਾ ਹੋਏ ਕਪਾਸ, ਪਰ ਉਹ ਨਰਮ ਨਹੀਂ ਹੁੰਦਾ, ਨਰਮ ਹੋ ਕੇ ਉਹ ਕਪਾਹ ਨਹੀਂ ਬਣ ਜਾਂਦਾ। ਲੋਹੇ ਨੂੰ ਜੇ ਭੱਠੀ ਵਿੱਚ ਪਾਈਏ ਤਾਂ ਉਹ ਪਿਘਲ ਸਕਦਾ ਹੈ, ਕੁਛ ਨਰਮ ਵੀ ਹੋ ਜਾਏਗਾ, ਉਹਨੂੰ ਮੋੜਿਆ ਜਾ ਸਕਦਾ ਹੈ, ਲੇਕਿਨ ਭੱਠੀ ਵਿੱਚ ਪਾ ਕੇ ਹਥੌੜਿਆਂ ਨਾਲ ਕੁੱਟਣ ਦੇ ਨਾਲ ਜਿਹੜਾ ਲੋਹਾ ਹੈ ਉਹ ਕਪਾਹ ਨਹੀਂ ਬਣਦਾ, ਰਹਿਣਾ ਉਹਨੇ ਲੋਹਾ ਹੀ। ਹੁਣ ਗੁਰਦੇਵ ਪਾਤਸ਼ਾਹ ਇੰਨੀਆਂ ਮਿਸਾਲਾਂ ਦੇ ਕੇ ਕਹਿ ਰਹੇ ਨੇ, ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਗੁਣ ਦਾ ਮਤਲਬ ਖੂਆਂ, ਵਾਦੀਆਂ, ਆਦਤਾਂ। ਵਿਨਾਸ਼ ਦਾ ਮਤਲਬ ਨੁਕਸਾਨ। ਇਹ ਮੂਰਖ ਦੀਆਂ ਵਾਦੀਆਂ ਨੇ, ਆਦਤਾਂ ਨੇ। ਜਿੰਨੀ ਮਰਜ਼ੀ ਮੱਤ ਦਿਓ, ਮੂਰਖ ਜਦੋਂ ਵੀ ਬੋਲੇਗਾ ਨੁਕਸਾਨ ਵਾਲੇ ਬੋਲ ਉਹਦੇ ਉੱਤੇ, ਮੂਰਖ ਦੇ ਉੱਤੇ ਵੀ ਤੁਹਾਡੀ ਸਿੱਖਿਆ ਦਾ ਅਸਰ ਨਹੀਂ ਹੋਣ ਲੱਗਾ। ਹੁਣ ਦੇਖੋ ਕਿੰਨੇ ਸਾਰੇ ਸਾਨੂੰ ਪ੍ਰਮਾਣ ਦੇ ਕੇ ਸਮਝਾਇਆ ਹੈ ਕਿ ਜਿਵੇਂ ਮੱਛੀ ਦੇ ਉੱਤੇ ਪਾਣੀ ਦਾ ਅਸਰ ਕੋਈ ਨਹੀਂ, ਜਿੰਨਾ ਮਰਜ਼ੀ ਡੂੰਘਾ ਹੋਏ ਉਹ ਤਰੇਗੀ, ਉਹਦੇ ਤੇ ਪਾਣੀ ਦਾ ਅਸਰ ਨਹੀਂ, ਕਿ ਡੂੰਘਾਈ ਹੋਏ ਤੇ ਸ਼ਾਇਦ ਉਹਨੂੰ ਤਰਨਾ ਨਾ ਆਏ। ਪੰਛੀ ਜਿਹੜਾ ਹੈ ਉਹਦੇ ਉੱਤੇ ਆਕਾਸ਼ ਅਸਰ ਨਹੀਂ ਪਾਉਂਦਾ, ਕਿਉਂਕਿ ਉਹਨੇ ਉੱਡਣਾ ਹੈ, ਆਕਾਸ਼ ਦੀ ਵੱਡੀ ਖੁੱਲ ਉਹਦੇ ਉੱਤੇ ਕੋਈ ਅਸਰ ਨਹੀਂ ਪਾਉਂਦੀ ਕਿ ਇੰਨੇ ਵੱਡੇ ਆਕਾਸ਼ ਵਿੱਚ ਕਿਵੇਂ ਉੱਡਾਂ। ਪੱਥਰ ਦੇ ਉੱਤੇ ਪਾਲੇ ਦਾ ਕੋਈ ਅਸਰ ਨਹੀਂ। ਖੁਸਰੇ ਦਾ ਘਰ ਦੇ ਵਿੱਚ ਵਾਸ ਦੇ ਉੱਤੇ, ਉਹਦੇ ਘਰ ਦੇ ਵਾਸ ਦਾ ਉਹਦੇ ਉੱਤੇ ਕੋਈ ਅਸਰ ਨਹੀਂ ਹੈ। ਕੁੱਤੇ ਨੂੰ ਚੰਦਨ ਵੀ ਲਾ ਦਿਓ ਤਾਂ ਉਹਦੀਆਂ ਕੁੱਤਿਆਂ ਵਾਲੀਆਂ ਆਦਤਾਂ ਬਦਲ ਨਹੀਂ ਜਾਣੀਆਂ। ਬੋਲੇ ਨੂੰ ਜੇ ਸਮਝਾਉਣ ਦਾ ਯਤਨ ਕਰੋ, ਸਿਮਰਤੀਆਂ ਪੜੋ, ਤਾਂ ਉਹਨੂੰ ਕੋਈ ਅਸਰ ਨਹੀਂ, ਕਿਉਂਕਿ ਸੁਣ ਹੀ ਨਹੀਂ ਰਿਹਾ। ਅੰਧੇ ਬੰਦੇ ਨੂੰ ਚਾਨਣ ਵਿੱਚ ਰੱਖੋ, 50 ਦੀਵੇ ਬਾਲ ਦਿਓ, ਤਾਂ ਉਹਦੇ ਤੇ ਕੋਈ ਅਸਰ ਨਹੀਂ, ਕਿਉਂਕਿ ਅੰਦਰ ਉਹਦੇ ਸਿਸਟਮ ਹੀ ਨਹੀਂ ਨਾ ਵੇਖਣ ਦਾ। ਜੇ ਪਸ਼ੂਆਂ ਦੇ ਵੱਗ ਨੂੰ ਸੋਨਾ ਖਿਲਾਰ ਦਿਓ ਤਾਂ ਉਹ ਘਾਹ ਖਾਣਗੇ, ਕਿਉਂਕਿ ਉਹਨਾਂ ਦੀ ਆਦਤ ਤੇ ਘਾਹ ਦੀ, ਤੇ ਉਹਨਾਂ ਨੂੰ ਸੋਨੇ ਦਾ ਪਤਾ ਹੀ ਨਹੀਂ ਹੈ, ਉਹ ਸੋਨੇ ਦੀ ਕੀਮਤ ਦਾ ਨਹੀਂ ਪਤਾ ਹੈਗਾ। ਲੋਹੇ ਨੂੰ ਜੇ ਭੱਠੀ ਵਿੱਚ ਪਾ ਦਿਓ ਤੇ ਲੋਹਾ ਕਦੇ ਕਪਾਹ ਨਹੀਂ ਬਣਦਾ। ਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਸੱਚ ਦੇ ਨਾਲੋਂ ਟੁੱਟਿਆ ਜਿਹੜਾ ਮੂਰਖ ਬੰਦਾ ਹੈ ਨਾ, ਬੇਅਕਲ, ਬੇਸਮਝ, ਉਹਦੇ ਵਿੱਚ ਇਹ ਖੋਆਂ ਹੁੰਦੀਆਂ ਨੇ, ਉਹਦੀਆਂ ਵਾਦੀਆਂ, ਆਦਤਾਂ ਹੁੰਦੀਆਂ ਨੇ, ਕਿ ਜਦੋਂ ਵੀ ਉਹ ਬੋਲੇਗਾ ਉਦੋਂ ਉਹ ਬੋਲੇਗਾ ਜਿਨ੍ਹਾਂ ਦੇ ਨਾਲ ਨੁਕਸਾਨ ਹੋਵੇ। ਉਹਦੇ ਉੱਤੇ ਵੀ ਤੁਹਾਡੀ ਚੰਗੀ ਸਿੱਖਿਆ ਦਾ ਅਸਰ ਨਹੀਂ ਹੋਣ ਵਾਲਾ। ਅਗਲਾ ਹੁਣ ਬਚਨ ਕਰਦੇ ਨੇ, ਕਹਿਹਾ ਕੰਚਨ ਟੁੱਟੈ ਸਾਰ। ਇਹਨੂੰ ਕਹਿਹਾ ਨਹੀਂ ਪੜਨਾ। ਕਹਿਹਾ ਦਾ ਮਤਲਬ ਹੋ ਜਾਏਗਾ ਕਿ ਹੋ ਗਿਆ, ਇਹਨੂੰ ਪੜਨਾ ਹੈ ਕਹਿਹਾ। ਕਹਿਹਾ ਦਾ ਮਤਲਬ ਕਹਿ, ਕਾਂਸੀ ਦਾ ਬਰਤਨ। ਆਪਣੇ ਘਰਾਂ ਵਿੱਚ ਕਹਿ ਦੇ ਛੰਨੇ ਹੁੰਦੇ ਸੀ ਨਾ, ਕਹਿ ਦੇ ਭਾਂਡੇ। ਕਹਿਹਾ ਕੰਚਨ ਟੁੱਟੈ ਸਾਰ। ਕੰਚਨ ਦਾ ਮਤਲਬ ਸੋਨਾ, ਕੰਚਨ ਦਾ ਮਤਲਬ ਸੋਨਾ ਤੇ ਸਾਰ ਦਾ ਮਤਲਬ ਲੋਹਾ। ਜੇ ਕਿਤੇ ਕਹਿ, ਸੋਨਾ ਜਾਂ ਲੋਹਾ ਟੁੱਟ ਜਾਏ, ਕੋਈ ਸੋਨੇ ਦਾ ਸ਼ਿੰਗਾਰ ਹੋਵੇ, ਛਾਪ ਛੱਲਾ, ਉਹ ਟੁੱਟ ਜਾਏ, ਕੋਈ ਲੋਹੇ ਦੀ ਚੀਜ਼ ਟੁੱਟ ਜਾਏ, ਕਹਿ ਦਾ ਬਰਤਨ ਟੁੱਟ ਜਾਏ, ਤਾਂ ਗੁਰੂ ਜੀ ਕਹਿੰਦੇ ਨੇ ਅਗਨੀ
ਗੰਢ ਪਾਏ ਲੋਹਾਰ, ਅਗਨੀ ਤੇ ਥੋੜਾ ਜਿਹਾ ਵਿਸ਼ਰਾਮ ਲਗਾਣਾ ਹੈ। ਅਗਨੀ ਗੰਢ ਪਾਏ ਲੋਹਾਰ, ਜਿਹੜਾ ਲੋਹਾਰ ਹੈ ਨਾ ਉਹ ਅੱਗ ਦੇ ਵਿੱਚ ਤਪਾ ਕੇ ਗੰਢ ਪਾ ਦਿੰਦਾ ਹੈ, ਇਹਨਾਂ ਬਰਤਨਾਂ ਨੂੰ ਜੋੜ ਦਿੰਦਾ ਹੈ, ਜਿਵੇਂ ਅੱਜ ਕੱਲ ਵੈਲਡਿੰਗ ਕਰ ਦਿੱਤੀ ਜਾਂਦੀ ਹੈ। ਸੋਨਾ ਜੇ ਟੁੱਟ ਜਾਏ ਤੇ ਸੁਨਿਆਰਾ ਉਹਨੂੰ ਜੋੜ ਦਿੰਦਾ ਹੈ, ਕਹਿੰਦੇ ਬਰਤਨ ਨੂੰ ਜੋੜ ਦੇਈਦਾ, ਲੋਹੇ ਨੂੰ ਜੋੜ ਦੇਈਦਾ, ਜੇ ਟੁੱਟ ਜਾਏ ਤਾਂ ਅੱਗ ਦੇ ਨਾਲ ਇਹਨਾਂ ਬਰਤਨਾਂ ਨੂੰ ਗੰਢ ਪਾਈ ਜਾ ਸਕਦੀ ਹੈ। ਇਹਨਾਂ ਨੂੰ ਫਿਰ ਦੁਬਾਰਾ ਗੰਢ ਦਿੱਤਾ ਜਾਂਦਾ ਹੈ, ਟਾਂਕਾ ਲਾ ਦਿੱਤਾ ਜਾਂਦਾ ਹੈ, ਗਾਂਡਾ ਲਾ ਦਿੱਤਾ ਜਾਂਦਾ ਹੈ। ਗੋਰੀ ਸੇਤੀ ਟੁੱਟੇ ਪਤਾਰ, ਇੱਥੇ ਗੋਰੀ ਦਾ ਮਤਲਬ ਹੈ ਇਸਤਰੀ, ਪਤਨੀ, ਤੇ ਪਤਾਰ ਦਾ ਮਤਲਬ ਹੈਗਾ ਪਤੀ। ਜੇ ਪਤਨੀ ਦੇ ਨਾਲ ਪਤੀ ਨਾਰਾਜ਼ ਹੋ ਜਾਏ, ਪਤੀ ਪਤਨੀ ਦੀ ਆਪਸ ਵਿੱਚ ਅਣਬਣ ਹੋ ਜਾਏ, ਪੁੱਤੀ ਗੰਢ ਪਵੇ ਸੰਸਾਰ, ਇੱਥੇ ਪੁੱਤੀ ਦਾ ਮਤਲਬ ਹੈ ਔਲਾਦ। ਪੁੱਤੀ ਦੇ ਵਿੱਚ ਧੀਆਂ ਵੀ ਆ ਗਈਆਂ, ਪੁੱਤਰ ਵੀ ਆ ਗਏ, ਪੁੱਤੀ ਦਾ ਮਤਲਬ ਪੁੱਤਰ, ਔਲਾਦ। ਤਾਂ ਔਲਾਦ ਦੇ ਕਾਰਨ ਉਹਨਾਂ ਦਾ ਆਪਸ ਦੇ ਵਿੱਚ ਮੇਲ ਹੋ ਜਾਂਦਾ ਹੈ। ਜੇ ਔਲਾਦ ਚੰਗੀ ਹੋਏ ਨਾ ਤੇ ਉਹ ਸਮਝਾ ਲੈਂਦੇ ਨੇ ਮਾਂ-ਬਾਪ ਨੂੰ। ਦੂਜੀ ਗੱਲ, ਜੇ ਮਾੜੀ ਮੋਟੀ ਕਿਤੇ ਅਣਬਣ ਹੋਵੇ ਤੇ ਜੋ ਸਿਆਣੇ ਮਾਂ-ਬਾਪ ਨੇ ਨਾ ਉਹ ਫਿਰ ਇਹ ਸੋਚਦੇ ਨੇ ਵੀ ਸਾਡਾ ਤੇ ਚਲੋ ਜੋ ਵੀ ਹੈ ਗੜਬੜ ਹੈ, ਗਲਤੀ ਸਾਡੀ ਹੈ, ਤੇ ਇਹਦੀ ਸਜ਼ਾ ਬੱਚਿਆਂ ਨੂੰ ਨਾ ਮਿਲੇ, ਤੇ ਉਹ ਬੱਚਿਆਂ ਦੇ ਮੂੰਹ ਕਰਕੇ ਆਪਸ ਦੇ ਵਿੱਚ ਵੱਜੇ ਰਹਿੰਦੇ ਨੇ, ਬੱਚਿਆਂ ਦੀ ਜ਼ਿੰਦਗੀ ਖਰਾਬ ਨਾ ਹੋਵੇ, ਪਹਿਲੀ ਗੱਲ। ਤੇ ਦੂਜੀ ਗੱਲ ਇਹ ਹੈ ਕਿ ਜੇ ਪਤੀ ਔਰ ਪਤਨੀ ਦੀ ਅਣਬਣ ਹੋ ਵੀ ਜਾਏ, ਪੱਕੇ ਤੌਰ ਤੇ ਮੰਨ ਲਓ ਤਲਾਕ ਹੋ ਜਾਏ, ਤੇ ਜੇ ਉਹਨਾਂ ਦੇ ਘਰ ਬੱਚਾ ਪੈਦਾ ਹੁੰਦਾ ਤੇ ਉਹਦੇ ਕਰਕੇ ਉਹਨਾਂ ਦੀ ਗੰਢ ਪੈ ਜਾਂਦੀ ਹੈ। ਕਿਵੇਂ ਪੈ ਜਾਂਦੀ ਹੈ? ਵੀ ਜਦੋਂ ਤਲਾਕ ਹੀ ਹੋ ਗਈ, ਮਿਲਵਰਤਨ ਬੰਦ ਹੀ ਹੋ ਗਿਆ, ਇੱਕ ਦੂਜੇ ਨਾਲ ਬੋਲਣਾ ਹੀ ਬੰਦ ਕਰਤਾ, ਤੇ ਗੰਢ ਕਿਵੇਂ ਪੈ ਗਈ? ਤਾਂ ਜਿਹੜਾ ਬੱਚਾ ਹੈ, ਜਦੋਂ ਉਹਦੇ ਤੋਂ ਪੁੱਛਿਆ ਜਾਏਗਾ ਤੇਰੇ ਮਾਂ ਪਿਓ ਦਾ ਨਾਂ ਕੀ, ਤੇ ਦੱਸੇਗਾ ਨਾ ਮੇਰੀ ਮਾਂ ਫਲਾਣੀ ਹੈ ਤੇ ਮੇਰਾ ਪਿਓ ਫਲਾਣਾ, ਤਾਂ ਗੰਢ ਪੈ ਗਈ ਨਾ। ਕਿਵੇਂ ਉਹ ਟੁੱਟ ਸਕਦੇ ਨੇ? ਜੇ ਬੱਚਾ ਹੋ ਜਾਏ ਤਾਂ ਫਿਰ ਪਤਾ ਹੁੰਦਾ ਹੈ ਵੀ ਮਾਂ-ਬਾਪ ਕਰਕੇ ਪਿਓ ਮਾਂ ਹੈ ਤੇ ਉਹ ਪਿਓ ਹੈ, ਉਹਨਾਂ ਦਾ ਆਪਸ ਦੇ ਵਿੱਚ ਫਿਰ ਵੀ ਜਿਹੜੀ ਇੱਕ ਗੰਢ ਪਈ ਰਹਿੰਦੀ ਹੈ ਕਿ ਵੀ ਰਾਜਾ ਮੰਗੇ ਦਿੱਤੇ ਗੰਢ ਪਾਏ। ਰਾਜਾ ਮੰਗੇ ਦਾ ਮਤਲਬ ਟੈਕਸ ਮੰਗਦਾ ਹੈ, ਦਿੱਤੇ ਦਾ ਮਤਲਬ ਦੇਣ ਨਾਲ, ਗੰਢ ਪਾਏ ਦਾ ਮਤਲਬ ਸੰਬੰਧ ਬਣ ਜਾਂਦਾ ਹੈ। ਰਾਜਾ ਪ੍ਰਜਾ ਕੋਲੋਂ ਟੈਕਸ ਮੰਗਦਾ ਹੈ, ਤੇ ਜੇ ਟੈਕਸ ਨਾ ਭਰਿਆ ਜਾਏ ਤੇ ਰਾਜੇ ਪ੍ਰਜੇ ਦੀ ਵਿਗੜਦੀ ਹੈ। ਜਿਹੜਾ ਟੈਕਸ ਨਹੀਂ ਬੰਦਾ ਦਿੰਦਾ ਉਹਨੂੰ ਜੇਲ੍ਹ ਹੋਏਗੀ ਜਾਂ ਕੋਈ ਸਜ਼ਾ, ਜੋ ਵੀ ਕਿਸੇ ਦੇਸ਼ ਦਾ ਕਾਨੂੰਨ ਹੈ, ਬਾਦਸ਼ਾਹ ਦੇ ਨਾਲ ਜਾਂ ਗਵਰਨਮੈਂਟ ਦੇ ਨਾਲ ਵਿਗੜੇਗੀ ਨਾ, ਜੇ ਟੈਕਸ ਨਹੀਂ ਦੇਵਾਂਗੇ, ਮਾਮਲਾ ਨਹੀਂ ਦੇਵਾਂਗੇ, ਬਿਜਲੀ ਦਾ ਬਿੱਲ ਨਹੀਂ ਦੇਵਾਂਗੇ, ਬਿਜਲੀ ਮਹਿਕਮੇ ਨਾਲ ਵਿਗੜੇਗੀ। ਦਿੱਤਾ ਗੰਢ ਪਾਏ, ਤੇ ਜੇ ਉਹ ਟੈਕਸ ਦੇ ਦਿੱਤਾ ਜਾਏ ਤਾਂ ਫਿਰ ਸੰਬੰਧ ਪੈ ਜਾਂਦਾ, ਗਾਂਢਾ ਜੁੜ ਜਾਂਦਾ, ਸੰਬੰਧ ਫਿਰ ਬਣ ਜਾਂਦਾ। ਬੈਂਕ ਦਾ ਲੋਨ ਨਹੀਂ ਦਿੱਤਾ ਜਾ ਰਿਹਾ ਤੇ ਬੈਂਕ ਤੁਹਾਡੇ ਉੱਤੇ ਪ੍ਰੈਸ਼ਰ ਪਾ ਰਿਹਾ ਹੈ ਕਿ ਵਾਪਸ ਕਰੋ, ਜਾਂ ਉਹ ਜੇਲ੍ਹ ਤੱਕ ਵੀ ਭੇਜਦਾ ਹੈ, ਤੇ ਜੇ ਬੈਂਕ ਦਾ ਲੋਨ ਮੋੜ ਦਿੱਤਾ ਜਾਏ ਤੇ ਉਹ ਦੁਬਾਰਾ ਫਿਰ ਤਾਲਮੇਲ ਬਣ ਜਾਂਦਾ। ਭੁੱਖਿਆਂ ਗੰਢ ਪਵੇ ਜਾਂ ਖਾਏ, ਹੁਣ ਭੁੱਖ ਦੇ ਨਾਲ ਆਤੁਰ ਹੋਇਆ ਜਿਹੜਾ ਬੰਦਾ ਹੈ, ਆਪਣੇ ਸਰੀਰ ਨਾਲ ਤਾਂ ਹੀ ਉਹਦਾ ਸੰਬੰਧ ਬਣਦਾ ਜੇ ਉਹਨੂੰ ਰੋਟੀ ਮਿਲੇ। ਹੁਣ ਵਿਆਕੁਲ ਹੋਇਆ ਨਾ, ਭੁੱਖ ਦੇ ਨਾਲ ਬੰਦਾ ਵਿਆਕੁਲ ਹੋ ਗਿਆ, ਉਹਦੀ ਸ਼ਾਂਤੀ ਭੰਗ ਹੋ ਗਈ, ਇਹ ਸਰੀਰ ਮੰਗ ਰਿਹਾ ਕੁਛ ਨਾ ਕੁਛ, ਤੇ ਜੇ ਉਹਨੂੰ ਰੋਟੀ ਪਾਣੀ ਖਾਣ ਨੂੰ ਨਾ ਮਿਲੇ ਤੇ ਖੀਰ ਉਹਦੀ ਮੌਤ ਹੋ ਸਕਦੀ ਹੈ। ਦੁਖੀ ਹੈ ਬੰਦਾ, ਤੇ ਜੇ ਉਹਨੂੰ ਖਾਣਾ ਮਿਲ ਜਾਏ, ਭੋਜਨ ਮਿਲ ਜਾਏ, ਤੇ ਫਿਰ ਉਹਦਾ ਆਪਣੇ ਸਰੀਰ ਨਾਲ ਤਾਲਮੇਲ ਬਣ ਜਾਂਦਾ, ਫਿਰ ਉਹਦੇ ਸਰੀਰ ਦੇ ਅੰਦਰ ਸਫੁਰਤੀ ਆ ਜਾਂਦੀ ਹੈ। ਕਾਲਾਂ ਗੰਢ ਨਦੀਆਂ ਮੀਂਹ ਝੋਲ, ਕਾਲਾਂ ਦਾ ਮਤਲਬ ਕਾਲ ਪੈ ਜਾਏ, ਜਿਵੇਂ ਬਰਸਾਤ ਨਹੀਂ ਹੁੰਦੀ ਤੇ ਉਹਨੂੰ ਪਿੰਡਾਂ ਵਿੱਚ ਕਹਿੰਦੇ ਸੀ ਕਾਲ ਪੈ ਗਿਆ, ਕਿਉਂਕਿ ਸਾਰੀਆਂ ਫਸਲਾਂ ਬਰਸਾਤ ਦੇ ਸਿਰ ਤੇ ਹੁੰਦੀਆਂ ਸਨ। ਬਰਸਾਤ ਹੋ ਗਈ ਤਾਂ ਫਸਲ ਬਹੁਤ ਵਧੀਆ ਹੋ ਗਿਆ, ਦਾਣਾ ਦੁਣਕਾ ਆ ਗਿਆ, ਕਿਸਾਨ ਦੇ ਘਰ ਤੂੜੀ ਆ ਗਈ, ਪੱਠੇ ਆ ਗਏ। ਤੇ ਜੇ ਬਰਸਾਤ ਨਾ ਪਵੇ 2-4 ਸਾਲ ਤੇ ਫਸਲਾਂ ਪੈਦਾ ਨਾ ਹੋਣ ਤੇ ਕਾਲ ਪੈ ਗਿਆ ਨਾ, ਲੋਕ ਭੁੱਖੇ ਮਰਨਗੇ, ਪਸ਼ੂ ਪਿਆਸੇ ਮਰਨਗੇ। ਤੇ ਗੁਰੂ ਜੀ ਕਹਿੰਦੇ ਨੇ ਜੇ ਬਰਸਾਤ ਹੋ ਜਾਏ, ਕਾਲਾਂ ਗੰਢ ਦਾ ਮਤਲਬ ਕਾਲਾਂ ਦਾ ਖਾਤਮਾ ਹੋ ਜਾਂਦਾ ਹੈ। ਝੋਲ ਦਾ ਮਤਲਬ ਜੇ ਬਹੁਤ ਸਾਰਾ ਮੀਂਹ ਪੈ, ਜੇ ਬਹੁਤ ਸਾਰੀ ਬਰਸਾਤ ਹੋ ਜਾਏ ਤੇ ਜਿਹੜਾ ਕਾਲ ਪਿਆ ਸੀ ਉਹ ਖਤਮ ਹੋ ਜਾਂਦਾ ਹੈ।
ਤੇ ਨਦੀਆਂ ਦੇ ਅੰਦਰ ਪਾਣੀ ਫਿਰ ਆ ਜਾਂਦਾ ਹੈ, ਨਦੀਆਂ ਦਾ ਸੰਬੰਧ ਫਿਰ ਹਰਿਆਵਲ ਨਾਲ ਬਣ ਜਾਂਦਾ ਹੈ, ਉੱਥੇ ਪਸ਼ੂ ਪੰਛੀ ਆਣਾ ਸ਼ੁਰੂ ਹੋ ਜਾਂਦੇ ਨੇ, ਨਦੀਆਂ ਫਿਰ ਚੱਲਣ ਲੱਗ ਪੈਂਦੀਆਂ ਨੇ। ਗੰਢ ਪ੍ਰੀਤੀ ਮਿੱਠੇ ਬੋਲ। ਹੁਣ ਇਹਨੇ ਮਿਸਾਲ ਦੇ ਕੇ ਕਹਿੰਦੇ ਨੇ ਵੀ ਜੇ ਕਿਤੇ ਪ੍ਰੀਤ ਟੁੱਟ ਜਾਏ ਕਿਤੇ ਰਿਸ਼ਤੇਦਾਰ ਨਾਲ, ਸੱਜਣ ਮਿੱਤਰ ਨਾਲ, ਭੈਣ ਭਰਾ ਨਾਲ, ਯਾਰ ਦੋਸਤ ਨਾਲ, ਕਿਸੇ ਨਾਲ ਵੀ, ਤਾਂ ਮਿੱਠੇ ਬਚਨ ਬੋਲਣ ਦੇ ਨਾਲ ਪਿਆਰ ਦੀ ਗੰਢ ਫਿਰ ਪੈ ਜਾਂਦੀ ਹੈ। ਜੇ ਕਿਤੇ ਅਸੀਂ ਇੱਕ ਦੂਜੇ ਨੂੰ ਗਲਤ ਬੋਲ ਬੈਠੇ ਹਾਂ, ਸਾਡੇ ਅੰਦਰ ਦਰਾਰ ਪੈ ਗਈ ਹੈ, ਤਾਂ ਜੇ ਅਸੀਂ ਮਿੱਠੇ ਬੋਲੀਏ ਸਤਿਕਾਰਯੋਗ, ਤਾਂ ਆਪਸੀ ਗੰਢ ਫਿਰ ਬਣ ਜਾਂਦੀ ਹੈ, ਫਿਰ ਸਾਡਾ ਪਿਆਰ ਪੱਕਾ ਹੋ ਜਾਂਦਾ ਹੈ, ਫਿਰ ਬਚਨ ਬਿਲਾਸ ਦਾ ਮੇਲ ਜੋਲ ਹੋ ਜਾਂਦਾ ਹੈ। ਬੇਦਾਂ ਗੰਢ ਬੋਲੇ ਸੱਚ ਕੋਏ। ਇਹਨੂੰ ਬੇਦਾਂ ਨਹੀਂ ਪੜਨਾ, ਬੇਦਾਂ। ਬੇਦਾਂ ਦਾ ਮਤਲਬ ਜੋ ਧਰਮ ਆਦਿਕ ਪੁਸਤਕਾਂ ਨੇ, ਮਨੁੱਖ ਦਾ ਇਹਨਾਂ ਦੇ ਨਾਲ ਜੋੜ ਬਣਦਾ ਜੇ ਬੰਦਾ ਸੱਚ ਬੋਲੇ। ਜੇ ਸੱਚ ਬੋਲੇ, ਚੰਗਾ ਆਚਰਨ ਬਣਾਏ, ਤਾਂ ਵੇਦਾਂ ਸ਼ਾਸਤਰਾਂ ਧਰਮ ਗ੍ਰੰਥਾਂ ਦੇ ਨਾਲ ਤਾਲਮੇਲ ਬਣ ਜਾਂਦਾ ਹੈ। ਤੇ ਜੇ ਬੰਦਾ ਸੱਚ ਨਹੀਂ ਬੋਲਦਾ ਤਾਂ ਇਹਦਾ ਮਤਲਬ ਉਹਦਾ ਵੇਦਾਂ ਸ਼ਾਸਤਰਾਂ ਦੇ ਨਾਲ ਤਾਲਮੇਲ ਨਹੀਂ ਹੈ ਨਾ। ਜਿਵੇਂ ਅਸੀਂ ਆਪਣੀ ਜੇ ਗੱਲ ਕਰੀਏ, ਅਸੀਂ ਹੁਣ ਗੁਰਬਾਣੀ ਪੜ੍ਹ ਰਹੇ ਹਾਂ, ਨਿਤਨੇਮ ਕਰਦੇ ਹਾਂ, ਤੇ ਜੇ ਕੋਈ ਬੰਦਾ ਝੂਠਾ ਹੋਵੇ, ਆਚਰਨਹੀਣ ਹੋਵੇ, ਤੇ ਉਹ ਚਾਰ ਬੰਦਿਆਂ ਵਿੱਚ ਕਹੇ ਮੈਂ ਤੇ ਸਵੇਰੇ 5 ਬਾਣੀਆਂ ਦਾ ਨਿਤਨੇਮ ਕਰਦਾ, ਸੁਖਮਨੀ ਸਾਹਿਬ ਦਾ ਪਾਠ ਕਰਦਾ ਹਾਂ, ਜਾਂ ਹੋਰ ਬਾਣੀ ਪੜ੍ਹਦਾ ਹਾਂ, ਤੇ ਉਹਦਾ ਕਿੰਨਾ ਅਸਰ ਕਰਨਗੇ ਲੋਕ। ਸਗੋਂ ਉਹਦਾ ਮਜ਼ਾਕ ਉਡਾਣਗੇ, ਇਹ ਵੇਖ ਲੈ ਆ ਗਏ ਪਾਠ ਕਰਨ ਵਾਲਾ, ਉਹ ਤੁਰਿਆ ਆਉਂਦਾ ਨਿਤਨੇਮੀ ਗੁਰਮੁਖ, ਕਿਉਂਕਿ ਉਹਦੀਆਂ ਟੀਚਰਾਂ ਕਰਨਗੇ ਉਹਦੇ ਨਾਲ, ਵੀ ਬਾਣੀ ਦੇ ਉੱਤੇ ਅਮਲ ਤੇ ਕਰ ਨਹੀਂ ਰਿਹਾ। ਤਾਂ ਧਰਮ ਸ਼ਾਸਤਰਾਂ ਦੇ ਨਾਲ ਸੰਬੰਧ ਉਦੋਂ ਬਣਦਾ ਹੈ ਜਦੋਂ ਬੰਦਾ ਉੱਚਾ ਸੁੱਚਾ ਆਚਰਨ ਬਣਾਉਂਦਾ ਹੈ, ਸੱਚ ਬੋਲਦਾ ਹੈ। ਮੁਇਆ ਗੰਢ ਨੇਕੀ ਸਤ ਹੋਏ। ਇਹਨੂੰ ਮੁਇਆ ਨਹੀਂ ਕਹਿਣਾ, ਮੁਇਆ। ਮੁਇਆ ਦਾ ਮਤਲਬ ਮਰਿਆ, ਮੋਏ ਹੋਏ ਮਨੁੱਖਾਂ ਦਾ। ਗੰਢ ਦਾ ਮਤਲਬ ਸੰਸਾਰ ਦੇ ਨਾਲ ਸੰਬੰਧ। ਜਿਹੜੇ ਮਰ ਗਏ ਨੇ ਉਹਨਾਂ ਦਾ ਸੰਸਾਰ ਦੇ ਨਾਲ ਗੰਢ ਬਣੀ ਰਹਿੰਦੀ ਹੈ ਜੇ ਨੇਕੀ ਸਤ ਹੋਏ, ਜੇ ਉਹਨਾਂ ਦੇ ਅੰਦਰ ਸੱਚਾਈ ਸੀ ਔਰ ਨੇਕੀ ਸੀ, ਜੇ ਉਹ ਭਲੇ ਕੰਮ ਕਰਦੇ ਸੀ, ਸੱਚਾ ਉਹਨਾਂ ਦਾ ਆਚਰਨ ਸੀ, ਤਾਂ ਦੁਨੀਆ ਉਹਨਾਂ ਨੂੰ ਮਰਨ ਤੋਂ ਬਾਅਦ ਵੀ ਯਾਦ ਰੱਖਦੀ ਹੈ, ਉਹਨਾਂ ਦਾ ਸੰਬੰਧ ਬਣਿਆ ਰਹਿੰਦਾ ਹੈ। ਹੁਣ ਅਸੀਂ ਅਰਦਾਸ ਵਿੱਚ ਰੋਜ਼ ਉਹਨਾਂ ਗੁਰਮੁਖ ਪਿਆਰਿਆਂ ਦਾ ਨਾਮ ਲੈਂਦੇ ਆ ਨਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸ਼ਿਸ ਦਿੱਤੇ। ਜਦੋਂ ਤੱਕ ਦੁਨੀਆ ਰਹੇਗੀ ਉਹਨਾਂ ਦਾ ਸੰਬੰਧ ਸੰਸਾਰ ਨਾਲ ਬਣਿਆ ਰਹੇਗਾ, ਹਾਲਾਂਕਿ ਉਹ ਸਰੀਰ ਕਰਕੇ ਨਹੀਂ ਹਨ। ਤਾਂ ਮਰਨ ਤੋਂ ਬਾਅਦ ਵੀ ਜੇ ਸੰਸਾਰ ਦੇ ਨਾਲ ਕੋਈ ਆਪਣਾ ਸੰਬੰਧ ਬਣਾ ਕੇ ਰੱਖਣਾ ਚਾਹੁੰਦਾ ਹੈ ਤਾਂ ਉਹਦੇ ਵਾਸਤੇ ਨੇਕੀ ਔਰ ਸੱਚਾਈ ਹੈ। ਹੁਣ ਗੁਰੂ ਜੀ ਕਹਿੰਦੇ ਨੇ ਏਤ ਗੰਢ ਵਰਤੈ ਸੰਸਾਰ। ਏਤ ਗੰਢ ਦਾ ਮਤਲਬ ਇਸ ਗੰਢ ਦੇ ਨਾਲ, ਇਸ ਸੰਬੰਧ ਦੇ ਨਾਲ ਸੰਸਾਰ ਦਾ ਵਿਹਾਰ ਚੱਲਦਾ ਹੈ। ਇਸ ਤਰ੍ਹਾਂ ਦੇ ਸੰਬੰਧ ਨਾਲ ਜਗਤ ਦਾ ਵਿਹਾਰ ਚੱਲਦਾ ਹੈ। ਇਹੋ ਜਿਹੇ ਮੇਲ ਮਿਲਾਪ ਇਸ ਜਹਾਨ ਦੇ ਅੰਦਰ ਪ੍ਰਚਲਿਤ ਨੇ। ਇਹ ਜਿਹੜੇ ਮੇਲ ਮਿਲਾਪ ਗਿਣੇ ਨੇ ਨਾ, ਇਹ ਸਾਰੇ ਮੇਲ ਮਿਲਾਪ, ਇਹ ਸਾਰੀ ਵਾਰਤਾ ਇਹ ਸੰਸਾਰ ਦੀ ਹੈ, ਸੰਸਾਰ ਦੇ ਸੰਬੰਧ ਨੇ। ਜਿੰਨੇ ਵੀ ਇਹ ਸੰਬੰਧ ਗਿਣੇ ਨੇ, ਇਹਨਾਂ ਕੰਮਾਂ ਦੇ ਨਾਲ ਰੱਬ ਦੇ ਨਾਲ ਸੰਬੰਧ ਨਹੀਂ ਬਣਦਾ, ਇਹ ਸੰਸਾਰ ਦੇ ਸੰਬੰਧ ਨੇ। ਜੇ ਲੋਹਾ ਟੁੱਟ ਜਾਏ, ਅੱਗ ਨਾਲ ਸੰਬੰਧ ਬਣ ਜਾਂਦਾ ਹੈ। ਕਾਲ ਪੈ ਜਾਏ, ਬਰਸਾਤ ਹੋਣ ਨਾਲ ਫਿਰ ਨਦੀਆਂ ਚੱਲ ਪੈਂਦੀਆਂ ਨੇ। ਪਤੀ ਪਤਨੀ ਦਾ ਸੰਬੰਧ ਟੁੱਟ ਜਾਏ ਤੇ ਔਲਾਦ ਕਰਕੇ ਉਹ ਜੁੜੇ ਰਹਿੰਦੇ ਨੇ। ਰਾਜੇ ਨਾਲ ਸੰਬੰਧ ਵਿਗੜ ਜਾਏ, ਟੈਕਸ ਨਾ ਦੇਣ ਤੋਂ ਟੈਕਸ ਦੇਣ ਦੇ ਨਾਲ ਸੰਬੰਧ ਜਿਹੜਾ ਹੈ ਉਹ ਬਣ ਜਾਂਦਾ ਹੈ। ਏਤ ਗੰਢ ਵਰਤੈ ਸੰਸਾਰ। ਮੂਰਖ ਗੰਢ ਪਵੈ ਮੂੰਹ ਮਾਰ। ਇਹਨੂੰ ਮੂੰਹੇ ਨਹੀਂ ਪੜਨਾ, ਮੂੰਹ। ਮੂੰਹ ਦਾ ਮਤਲਬ ਮੂੰਹ ਤੇ। ਬੇਵਕੂਫ ਦੇ ਨਾਲ ਤਾਂ ਜਿਹੜਾ ਹੈ ਸੰਬੰਧ ਬਣਦਾ ਜੇ ਉਹਦੇ ਨਾਲ ਉਹਦੇ ਮੂੰਹ ਤੇ ਮਾਰ ਪਵੇ। ਮੂਰਖ ਦੇ ਮੂਰਖ ਪੁਣੇ ਨੂੰ, ਇਹਦਾ ਮਤਲਬ ਇਹ ਨਹੀਂ ਕਿ ਉਹਦੇ ਮੂੰਹ ਤੇ ਚਪੇੜਾ ਮਾਰੋ। ਉਹਦਾ ਮੂਰਖ ਪੁਣਾ ਜਿਹੜਾ ਨਾ, ਉਹਦੇ ਤੇ ਚਪੇੜ ਮਾਰਨੀ, ਯਾਨੀ ਉਹਦੇ ਮੂਰਖ ਪੁਣਿਆਂ ਨੂੰ ਇਨਕਾਰ ਕਰ ਦੇਣਾ। ਜੇ ਮੂਰਖ ਬੰਦਾ ਕਵੇ ਵੀ ਚਲੋ ਫਲਾਂ ਬੰਦੇ ਨੂੰ ਕਤਲ ਕਰੀਏ, ਤਾਂ ਹੁਣ ਮੂਰਖ ਦੇ ਮੂੰਹ ਦੇ ਉੱਤੇ ਚਪੇੜ ਮਾਰਨ ਦਾ ਮਤਲਬ ਹੈ ਕਿ ਇਸ ਕਤਲ ਦੇ ਵਿੱਚ ਸ਼ਾਮਲ ਨਹੀਂ ਹੋਣਾ, ਉਹ ਕਰਮ ਨਾ ਕਰਨੇ।
ਤਾਂ ਹੀ ਉਹਦੇ ਮੂਰਖਪੁਣੇ ਨੂੰ ਗੰਢ ਪੈ ਸਕਦੀ ਹੈ, ਠੱਲ ਪੈ ਸਕਦੀ ਹੈ। ਪਰ ਗੁਰੂ ਪਾਤਸ਼ਾਹ ਜੀ ਹੁਣ ਅਖੀਰ ਦੇ ਅੰਦਰ ਆਪਣੀ ਵਿਚਾਰ ਦੇ ਰਹੇ ਨੇ, ਨਾਨਕ ਆਖੇ ਤੇ ਜਾ ਕੇ ਵਿਸ਼ਰਾਮ ਲਾਵਾਂਗੇ, ਕਿਉਂਕਿ ਨਾਨਕ ਇੱਥੇ ਆਖਣ ਵਾਲਾ ਹੈ। ਨਾਨਕ ਦੇ ਕੱਕੇ ਥੱਲੇ ਔਂਕੜ ਹੈ ਨਾ, ਨਾਨਕ ਆਖੇ। ਇਹ ਵਿਚਾਰ ਗੁਰੂ ਸਾਹਿਬ ਜੀ ਕਹਿੰਦੇ ਨੇ, ਨਾਨਕ ਇਹ ਵਿਚਾਰ ਦੀ ਗੱਲ ਦੱਸਦਾ ਹੈ। ਕਿਹੜੀ ਵਿਚਾਰ ਦੀ ਗੱਲ ਦੱਸਦੇ ਨੇ? ਸਿਫਤੀ ਗੰਢ ਪਵੇ ਦਰਬਾਰ। ਦਰਬਾਰ ਦਾ ਮਤਲਬ ਰੱਬੀ ਦਰਬਾਰ ਵਿੱਚ, ਗੰਢ ਪਵੇ ਦਾ ਮਤਲਬ ਸਾਡਾ ਸੰਬੰਧ ਬਣਦਾ ਹੈ, ਆਦਰ ਮਿਲਦਾ ਹੈ। ਰੱਬ ਦੀ ਸਿਫਤ ਸਲਾਹ ਦੀ ਰਾਹੀਂ ਰੱਬ ਦੇ ਦਰਬਾਰ ਵਿੱਚ ਸੰਬੰਧ ਜੁੜਦਾ ਹੈ, ਜੇ ਰੱਬ ਦੀ ਸਿਫਤ ਸਲਾਹ ਕੀਤੀ ਜਾਏ। ਇੰਨੀਆਂ ਸਾਰੀਆਂ ਮਿਸਾਲਾਂ ਦੇ ਕੇ ਜੋ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਵਰਤ ਰਹੀਆਂ ਨੇ, ਜਿਨ੍ਹਾਂ ਨੂੰ ਅਸੀਂ ਵੇਖ ਰਹੇ ਹਾਂ, ਵਰਤ ਰਹੇ ਹਾਂ, ਤਾਂ ਗੁਰੂ ਜੀ ਕਹਿੰਦੇ ਨੇ, ਨਾਨਕ ਇਹ ਸੱਚੀ ਵਿਚਾਰ ਕਹਿੰਦਾ ਹੈ ਕਿ ਪ੍ਰਭੂ ਦੀ ਸਿਫਤ ਸਲਾਹ ਕਰਨ ਦੇ ਨਾਲ ਰੱਬ ਦੇ ਨਾਲ ਸੰਬੰਧ ਬਣ ਜਾਂਦਾ ਹੈ। ਸਿਫਤ ਸਲਾਹ ਦਾ ਮਤਲਬ ਮਨ, ਬਚਨ ਔਰ ਕਰਮ ਕਰਕੇ ਰੱਬੀ ਗੁਣਾਂ ਦੇ ਧਾਰਨੀ ਹੋਣਾ। ਸੋਚ ਦੇ ਅੰਦਰ ਵੀ ਰੱਬੀ ਗੁਣ ਹੋਣ, ਬੋਲਾਂ ਵਿੱਚ ਵੀ ਰੱਬੀ ਗੁਣ ਹੋਣ, ਔਰ ਬਿਹੇਵੀਅਰ ਦੇ ਅੰਦਰ ਵੀ ਰੱਬੀ ਗੁਣ ਹੋਣ। ਜਿਹਦੇ ਅੰਦਰ ਗੁਣ ਨੇ, ਗੁਣਾਂ ਵਾਲੀ ਜ਼ਿੰਦਗੀ ਜੀ ਰਿਹਾ ਹੈ, ਉਹਦਾ ਰੱਬੀ ਦਰਬਾਰ ਦੇ ਨਾਲ ਸੰਬੰਧ ਬਣ ਜਾਂਦਾ ਹੈ। ਮੀਨਸ ਕਿ ਉਹ ਰੱਬ ਦੇ ਅੰਦਰ ਅਭੇਦ ਹੋ ਜਾਂਦਾ ਹੈ। ਤਾਂ ਗੁਣਾਂ ਦੇ ਨਾਲ ਸੰਬੰਧ ਪਾਣਾ ਹੀ ਰੱਬ ਦੇ ਨਾਲ ਸੰਬੰਧ ਪਾਣਾ ਹੈ। ਅਗਲਾ ਬਚਨ ਕਰਦੇ ਨੇ, ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ। ਪ੍ਰਭੂ ਆਪ ਹੀ ਸਾਰੀ ਦੁਨੀਆ ਪੈਦਾ ਕਰਕੇ ਤੇ ਆਪ ਹੀ ਦੀ ਵਿਚਾਰ ਕਰਦਾ ਹੈ। ਵਿਚਾਰ ਕਰਨ ਦਾ ਮਤਲਬ ਖਿਆਲ ਰੱਖਦਾ ਹੈ, ਵਿਚਾਰਦਾ ਹੈ, ਖਿਆਲ ਰੱਖਦਾ ਹੈ। ਤਾਂ ਖਿਆਲ ਕਿਵੇਂ ਰੱਖਦਾ ਹੈ? ਇਹ ਚੀਜ਼ਾਂ ਅਸੀਂ ਕਰੀਬ ਸਾਰੇ ਵੀਰ ਭੈਣਾਂ ਸਮਝ ਚੁੱਕੇ ਹਾਂ ਕਿ ਇੱਕ ਸਿਸਟਮ ਚੱਲ ਰਿਹਾ ਹੈ। ਉਹ ਸਿਸਟਮ ਦੇ ਅੰਦਰ ਸਾਰਿਆਂ ਦੀ ਪਾਲਣਾ ਹੋ ਰਹੀ ਹੈ। ਜਲ ਜੰਤੂਆਂ ਦੀ, ਜਿਹੜੇ ਨਭਚਰ ਨੇ ਆਕਾਸ਼ ਵਿੱਚ ਉੱਡਣ ਵਾਲੇ, ਜਿਹੜੇ ਜਲਚਰ ਨੇ ਜਲ ਵਿੱਚ ਰਹਿਣ ਵਾਲੇ, ਜੋ ਉਭੈਚਰ ਨੇ ਪਾਣੀ ਔਰ ਜ਼ਮੀਨ ਦੋਵਾਂ ਤੇ ਰਹਿ ਲੈਂਦੇ ਨੇ। ਤਾਂ ਜਿੱਥੇ ਜਿੱਥੇ ਵੀ ਕੋਈ ਜੀਵ ਜੰਤ ਹੈ, ਇਸ ਕੁਦਰਤ ਦੇ ਨੇਮਾਂ ਦੇ ਅੰਦਰ ਉਹਦੀ ਪਾਲਣਾ ਹੋ ਰਹੀ ਹੈ। ਤਾਂ ਆਪ ਹੀ ਉਹ ਕੁਦਰਤ ਨੂੰ ਸਾਜ ਕੇ ਆਪ ਹੀ ਇਹਦੀ ਪਾਲਣਾ ਕਰਨ ਵਾਲਾ ਹੈ। ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ। ਇਸ ਸੰਸਾਰ ਦੇ ਅੰਦਰ ਇੱਕ ਦਾ ਮਤਲਬ ਕਈ ਖੋਟੇ ਨੇ ਔਰ ਕਈ ਖਰੇ ਨੇ। ਆਪ ਹੀ ਉਹਨਾਂ ਦੀ ਪਰਖ ਕਰਨ ਵਾਲਾ ਹੈ। ਕਈ ਜੀਵ ਖੋਟੇ ਨੇ, ਜਿਹੜੇ ਮਨੁੱਖਤਾ ਦੇ ਮਾਪ ਦੇ ਉੱਤੇ ਪੂਰੇ ਨਹੀਂ ਉਤਰਦੇ। ਖੋਟੇ ਕੌਣ ਨੇ? ਜਿਹੜੇ ਮਾਪ ਦੇ ਉੱਤੇ ਤੋਲ ਤੇ ਪੂਰੇ ਨਹੀਂ ਉਤਰਦੇ। ਜਿਵੇਂ ਹੁਣ ਕੋਈ ਕਾਗਜ਼ ਹੈ, ਨਕਲੀ ਨੋਟ ਹੈ, ਤਾਂ ਨਕਲੀ ਨੋਟ ਦੇ ਉੱਤੇ ਕਾਗਜ਼ ਓਨਾ ਹੀ ਲੱਗਾ ਹੈ ਜਿੰਨਾ ਅਸਲੀ ਤੇ ਲੱਗਾ ਹੈ। ਲਿਖਿਆ ਵੀ ਸਾਰਾ ਕੁਝ ਉਹੀ ਹੈ ਜੋ ਉਹਦੇ ਉੱਤੇ ਲਿਖਿਆ ਹੋਇਆ ਹੈ, ਲੇਕਿਨ ਉੱਥੇ ਗਵਰਨਰ ਦੇ ਸਿਗਨੇਚਰ ਨਹੀਂ ਹਨ। ਉਹ ਸਰਕਾਰੀ ਜਿਹੜੀ ਹੈ ਟਕਸਾਲ, ਉਹਦੇ ਵਿੱਚ ਉਹ ਬਣਿਆ ਨਹੀਂ ਹੈ। ਹੁਣ ਇੱਥੇ ਅਸੀਂ ਯੂਕੇ ਵਿੱਚ ਹਾਂ, ਤਾਂ ਜਦੋਂ ਅਸੀਂ ਖਾਸ ਕਰਕੇ 50 ਦਾ ਨੋਟ, ਪਾਉਂਡ ਜਿਹੜਾ ਹੈ, ਬੈਂਕ ਦੇ ਵਿੱਚ ਜਮ੍ਹਾਂ ਕਰਾਉਂਦੇ ਹਾਂ, ਤਾਂ ਬੈਂਕ ਦੇ ਅੰਦਰ ਜਿਹੜੇ ਬੈਠੇ ਕਰਮਚਾਰੀ ਨੂੰ ਇੱਕ ਪਿਲਸਨ ਲੈ ਕੇ ਉੱਤੇ ਲਾ ਕੇ ਦੇਖਦੇ ਨੇ ਕਿ ਉਹਦਾ ਰੰਗ ਤੇ ਨਹੀਂ ਬਦਲ ਰਿਹਾ। ਜੇ ਉਹ ਅਸਲੀ ਹੈ ਤੇ ਰੱਖ ਲੈਂਦੇ ਨੇ, ਨਕਲੀ ਹੈ ਤੇ ਵਾਪਸ ਕਰ ਦਿੰਦੇ ਨੇ। ਤਾਂ ਇੱਥੇ ਪਰਖਣ ਦਾ ਮਤਲਬ ਜੋ ਮਨੁੱਖਤਾ ਦੇ ਮਾਪ ਦੇ ਉੱਤੇ ਪੂਰਾ ਨਹੀਂ ਉਤਰਦਾ, ਉਹਨੂੰ ਖੋਟਾ ਕਹਿ ਰਹੇ ਨੇ। ਜਿਹਨੂੰ ਗੁਰਬਾਣੀ ਦੇ ਅੰਦਰ ਸਚਿਆਰ ਕਿਹਾ ਹੈ ਨਾ, ਉਹ ਸਚਿਆਰ ਮਨੁੱਖ ਮਾਪ ਦੇ ਉੱਤੇ ਪੂਰਾ ਉਤਰਦਾ ਹੈ, ਹੁਕਮ ਰਜ਼ਾ ਵਿੱਚ ਚੱਲ ਰਿਹਾ ਹੈ, ਜਿਹਦੇ ਮਨ ਬਚਨ ਕਰਮ ਕਰਕੇ ਇੱਕ ਸਾਚੀ ਸੱਚ ਹੈ, ਉਸ ਦੇ ਉੱਤੇ ਪੂਰਾ ਉਤਰ ਰਿਹਾ ਹੈ। ਤਾਂ ਇੱਥੇ ਮਾਪ ਕਿਹੜਾ ਹੈ? ਸਚਿਆਰਤਾ ਦਾ। ਮੂਲ ਮੰਤਰ ਦੇ ਅੰਦਰ ਜੋ ਗੁਣ ਨੇ, ਉਹਨਾਂ ਨੂੰ ਆਪਣੇ ਜੀਵਨ ਦਾ ਬੇਸ ਬਣਾ ਲਓ, ਉਹਨੂੰ ਮਾਪਣ ਦਾ ਸਾਧਨ ਬਣਾ ਲਓ, ਜਾਂ ਤੁਸੀਂ ਸਚਿਆਰਤਾ ਨੂੰ ਲੈ ਲਓ, ਯਾਨੀ ਜੋ ਗੁਰਬਾਣੀ ਦੇ ਵੇ ਆਫ ਲਾਈਫ ਤੇ ਪੂਰਾ ਉਤਰ ਰਿਹਾ ਹੈ। ਸੌਖੇ ਸ਼ਬਦਾਂ ਵਿੱਚ ਇਹ ਕਹਿ ਲਓ, ਉਹ ਪੂਰਾ ਹੈ। ਤੇ ਜਿਹੜਾ ਇਸ ਮਾਪ ਦੇ, ਇਨਸਾਨੀਅਤ ਦੇ ਮਾਪ ਤੇ ਪੂਰਾ ਨਹੀਂ ਉਤਰਦਾ, ਉਹ ਖੋਟਾ ਹੈ। ਇਨਸਾਨੀਅਤ ਕੀ ਹੈ? ਮਨੁੱਖਤਾ ਕੀ ਹੈ? ਸੱਚਾ ਆਚਰਨ ਕੀ ਹੈ? ਸਚਿਆਰਤਾ ਕੀ ਹੈ?
ਕਈ ਲੋਕ ਇਹਦੇ ਤੇ ਪੂਰੇ ਉਤਰਦੇ ਨੇ, ਕਈ ਨਹੀਂ ਪੂਰੇ ਉਤਰਦੇ। ਤਾਂ ਜੋ ਮਨੁੱਖਤਾ ਦੇ ਮਾਪ ਤੋਲ ਤੋਂ ਹੌਲੇ ਨੇ ਉਹ ਖੋਟੇ ਨੇ, ਔਰ ਜੋ ਮਨੁੱਖਤਾ ਦੇ ਮਾਪ ਤੋਲ ਦੇ ਉੱਤੇ ਪੂਰੇ ਉਤਰਦੇ ਨੇ ਉਹ ਖਰੇ ਨੇ। ਤੇ ਪਰਖਣ ਵਾਲਾ ਰੱਬ ਆਪ ਹੈ। ਹੁਣ ਇੱਥੇ ਪਰਖਣ ਵਾਲਾ ਰੱਬ ਆਪ ਕਿਵੇਂ ਹੈ? ਦੇਖੋ, ਅਸੀਂ ਰੋਜ਼ ਵਿਚਾਰ ਕਰ ਰਹੇ ਹਾਂ ਕਿ ਮੂਲ ਮੰਤਰ ਦੇ ਵਿੱਚ ਗੁਣ ਨੇ ਨਾ, ਜਿਵੇਂ ਰੱਬ ਦੇ ਦੱਸੇ ਇੱਕ ਓੰਕਾਰ ਕਿ ਰੱਬ ਇੱਕ ਹੈ, ਜਗਤ ਦੇ ਅੰਦਰ ਕਣ ਕਣ ਦੇ ਅੰਦਰ ਫੈਲਿਆ ਹੋਇਆ ਹੈ, ਸਮਾਇਆ ਹੋਇਆ ਹੈ, ਸਭ ਮੈਂ ਜੋਤ ਜੋਤ ਹੈ ਸੋਏ, ਇਹ ਗੱਲ ਅਸੀਂ ਕਹਿ ਰਹੇ ਹਾਂ। ਹੁਣ ਜੇ ਅਸੀਂ ਪਰਖੀਏ ਤਾਂ ਕਿ ਹਰ ਇਸਤਰੀ ਪੁਰਸ਼ ਬੱਚੇ ਅਸੀਂ ਰੱਬ ਵਰਗਾ ਵਿਹਾਰ ਕਰਦੇ ਹਾਂ, ਰੱਬ ਵਰਗਾ ਪਿਆਰ ਕਰਦੇ ਹਾਂ, ਤਾਂ ਇਹ ਪਰਖ ਹੈ ਨਾ ਰੱਬੀ ਗੁਣ। ਇਹ ਅਸੀਂ ਕਰਦੇ ਹਾਂ ਤੇ ਪਰਖ ਵਿੱਚ ਪੂਰੇ ਹਾਂ। ਤੇ ਜੇ ਸਾਡੇ ਅੰਦਰ ਐਸੀ ਬਿਰਤੀ ਨਹੀਂ ਤਾਂ ਅਸੀਂ ਖੋਟੇ ਹਾਂ। ਇਹੀ ਹੈ ਪਰਖ, ਰੱਬੀ ਗੁਣਾਂ ਦੇ ਉੱਤੇ ਆਪਣੇ ਆਪ ਨੂੰ ਪਰਖਣਾ ਹੈ। ਖਰੇ ਖਜ਼ਾਨੇ ਪਾਈਏ ਹੈ, ਇੱਥੇ ਬਿੰਦੀ ਲਾ ਕੇ ਪੜਾਂਗੇ, ਪਾਈਏ ਹੈ, ਖੋਟੇ ਸੱਟੀਆਂ ਹੈ ਬਾਹਰਵਾਰ। ਬਾਹਰਵਾਰ ਦਾ ਮਤਲਬ ਬਾਹਰਲੇ ਪਾਸੇ। ਜਿਹੜੇ ਖਰੇ ਨੇ ਉਹਨਾਂ ਨੂੰ ਖਜ਼ਾਨੇ ਵਿੱਚ ਪਾ ਲਿਆ ਜਾਂਦਾ ਹੈ, ਤੇ ਜਿਹੜੇ ਖੋਟੇ ਨੇ ਉਹਨਾਂ ਨੂੰ ਖਜ਼ਾਨੇ ਤੋਂ ਬਾਹਰ ਸੁੱਟ ਦਿੱਤਾ ਜਾਂਦਾ ਹੈ। ਹੁਣ ਇੱਕ ਨੋਟ ਤੁਸੀਂ ਬੈਂਕ ਵਿੱਚ ਲੈ ਕੇ ਜਾਂਦੇ ਹੋ ਤੇ ਉਹ ਨਕਲੀ ਹੈ, ਨਕਲੀ ਹੈ, ਤਾਂ ਉਹਦੀ ਹੁਣ ਇਹ ਕੁਛ ਵੀ ਨੂੰ ਬਿਨ ਵਿੱਚ ਸੁੱਟਣਾ ਹੀ ਪਵੇਗਾ ਨਾ। ਬੇਸ਼ੱਕ ਉਹ 50 ਪਾਉਂਡ ਦਾ ਨੋਟ ਹੈ ਜਾਂ 20 ਦਾ ਜਾਂ 10 ਦਾ, ਜਿੰਨੇ ਦਾ ਵੀ ਹੈ। ਜੋ ਡੁਪਲੀਕੇਟ ਕਰੰਸੀ ਉਹਦੀ ਕੋਈ ਵਰਤੋਂ ਨਹੀਂ ਹੈ ਨਾ। ਹਾਂ, ਨਾਣੇ ਖੇਲਦੇ ਫਿਰਨ ਨੂੰ ਗੱਲ ਵੱਖਰੀ ਹੈ, ਉਹਨੂੰ ਤਾਂ ਬਿਨ ਵਿੱਚ ਹੀ ਸੁੱਟਣਾ ਪਵੇਗਾ। ਤੇ ਜਿਹੜੀ ਅਸਲ ਕਰੰਸੀ ਹੈ ਉਹਨੂੰ ਬੈਂਕ ਦੇ ਅੰਦਰ ਜਮਾ ਕਰ ਲਿਆ ਜਾਏਗਾ, ਖਜ਼ਾਨੇ ਵਿੱਚ ਪਾ ਲਿਆ ਜਾਏਗਾ। ਜੇ ਸਾਨੂੰ ਖੋਟਾ ਕੋਈ ਨੋਟ ਸਿੱਕਾ ਮਿਲੇਗਾ ਅਸੀਂ ਉਹਨੂੰ ਸੁੱਟਾਂਗੇ, ਜੇ ਸਾਨੂੰ ਕੋਈ ਸਹੀ ਕਰੰਸੀ ਮਿਲੇਗੀ ਤੇ ਉਹਨੂੰ ਅਸੀਂ ਆਪਣੀ ਜੇਬ ਵਿੱਚ ਪਾਵਾਂਗੇ। ਇਸੇ ਤਰ੍ਹਾਂ ਜੋ ਮਨੁੱਖਤਾ ਦੇ ਪੈਮਾਨੇ ਤੇ ਪੂਰੇ ਉਤਰਦੇ ਨੇ ਉਹ ਰੱਬੀ ਦਰ ਤੇ ਪ੍ਰਵਾਨ ਹੋ ਜਾਂਦੇ ਨੇ, ਤੇ ਜਿਹੜੇ ਮਨੁੱਖਤਾ ਦੇ ਪੈਮਾਨੇ ਤੇ ਪੂਰੇ ਨਹੀਂ ਉਤਰਦੇ, ਗੁਰਬਾਣੀ ਦੇ ਪੈਮਾਨੇ ਤੇ ਪੂਰੇ ਨਹੀਂ ਉਤਰਦੇ, ਉਹਨਾਂ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ। ਹੁਣ ਇਹ ਚੀਜ਼ ਅੰਡਰਸਟੈਂਡ ਕਰਨਾ ਹੈ। ਜੋ ਮਨ ਬਚਨ ਕਰਮ ਕਰਕੇ ਸ਼ੁਭ ਗੁਣਾਂ ਦੇ ਨਾਲ ਜੁੜੇ ਨੇ ਉਹ ਅੰਤਰ ਆਤਮੇ ਟਿਕੇ ਰਹਿੰਦੇ ਨੇ, ਉਹ ਭਟਕਦੇ ਨਹੀਂ, ਉਹਨਾਂ ਦਾ ਮਨ ਟਿਕਾਵ ਵਿੱਚ ਹੈ। ਤੇ ਜਿਨ੍ਹਾਂ ਦੇ ਅੰਦਰ ਇਹ ਸ਼ੁਭ ਗੁਣ ਨਹੀਂ ਉਹ ਭਟਕਦੇ ਫਿਰਦੇ ਨੇ, ਉਹਨਾਂ ਦਾ ਮਨ ਭਟਕ ਰਿਹਾ ਹੈ, ਛੋਟੀਆਂ ਛੋਟੀਆਂ ਗੱਲਾਂ ਤੋਂ ਉਹ ਪਰੇਸ਼ਾਨ ਹੋ ਰਹੇ ਨੇ, ਉਹ ਖਜ਼ਾਨੇ ਵਿੱਚ ਨਹੀਂ ਪਏ, ਉਹ ਭਟਕਦੇ ਫਿਰਦੇ ਨੇ, ਉਹਨਾਂ ਨੂੰ ਬਾਹਰ ਸੁੱਟ ਦਿੱਤਾ ਗਿਆ। ਇਸੇ ਤਰ੍ਹਾਂ ਖੋਟੇ, ਇੱਥੇ ਰੁਕਣਾ ਹੈ ਥੋੜਾ ਜਿਹਾ, ਖੋਟੇ ਸੱਚੀ ਦਰਗਾਹ ਸੁੱਟੀਆਂ ਹੈ, ਕਿਸ ਆਗੇ ਕਰਹਿ ਪੁਕਾਰ। ਹੁਣ ਜਿਹੜੇ ਖੋਟੇ ਨੇ, ਝੂਠੇ ਨੇ, ਉਹਨਾਂ ਨੂੰ ਰੱਬੀ ਦਰਗਾਹ ਚੋਂ ਬਾਹਰ ਸੁੱਟ ਦਿੱਤਾ ਜਾਂਦਾ ਹੈ। ਹੁਣ ਰੱਬੀ ਦਰਗਾਹ ਕਿਹੜੀ ਹੈ? ਰੱਬੀ ਦਰਗਾਹ ਸਾਰਾ ਸੰਸਾਰ ਹੀ ਹੈ। ਤੇ ਬਾਹਰ ਕਿਵੇਂ ਸੁੱਟ ਦਿੱਤਾ ਜਾਂਦਾ ਹੈ? ਉਹਨਾਂ ਦੇ ਆਪਣੇ ਮਨ ਦੇ ਅੰਦਰ ਟਿਕਾਵ ਨਹੀਂ ਹੈ, ਸਹਿਜ ਨਹੀਂ ਹੈ, ਉਹ ਟਿਕੇ ਹੋਏ ਨਹੀਂ ਸੱਚ ਦੇ ਵਿੱਚ, ਉਹ ਬਾਹਰ ਸੁੱਟੇ ਹੋਏ ਨੇ, ਭਟਕ ਰਿਹਾ ਹੈ ਉਹਨਾਂ ਦਾ ਮਨ। ਕਬਹੂ ਜੀੜਾ ਉਹ ਵਿਚੜਤ ਹੈ, ਕਬਹੂ ਜਾਏ ਪਿਆਲੇ ਵਾਲੀ ਉਹਦੀ ਅਵਸਥਾ ਬਣੀ ਹੈ, ਉਹਨਾਂ ਦੇ ਅੰਦਰ ਭਟਕਣ ਬਣ ਜਾਂਦੀ ਹੈ। ਕਿਸ ਆਗੇ ਕਰੇ ਪੁਕਾਰ। ਹੁਣ ਉਹਦੇ ਪੁਕਾਰ ਕਿਹਦੇ ਅੱਗੇ ਕਰਨ? ਆਪਣੀ ਸਹਾਇਤਾ ਵਾਸਤੇ ਪੁਕਾਰ ਕਿਹਦੇ ਅੱਗੇ ਕਰਨ? ਤਾਂ ਇਹਦਾ ਮਤਲਬ ਇਹ ਹੈ ਕਿ ਰੱਬ ਦੇ ਦਰ ਤੋਂ ਬਿਨਾਂ ਪੁਕਾਰ ਕਰਨ ਲਈ ਹੋਰ ਕੋਈ ਥਾਂ ਨਹੀਂ ਹੈ ਇਸ ਭਟਕਾ ਤੋਂ ਬਚਣ ਲਈ। ਕੋਈ ਜੋਤਸ਼ੀ, ਕੋਈ ਬਾਬਾ, ਕੋਈ ਮੜੀ, ਕੋਈ ਪੀਰ, ਕੋਈ ਵਰਤ, ਕੋਈ ਨਰਾਤਾ, ਕੋਈ ਸਰਾਧ, ਕੋਈ ਜੰਤਰ ਮੰਤਰ ਆਦਿਕ ਸਾਡੇ ਮਨ ਨੂੰ ਟਿਕਾ ਨਹੀਂ ਸਕਦਾ। ਕਿਸੇ ਅੱਗੇ ਫਰਿਆਦ ਕਰਕੇ ਰੱਬੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹੋਇਆ ਜਾ ਸਕਦਾ। ਕਿਸੇ ਅੱਗੇ ਪੁਕਾਰ ਕਰੋਗੇ ਕਿਉਂਕਿ ਸੱਚ ਦੇ ਨਾਲ ਉਹ ਜੁੜੇ ਆ। ਇੱਕ ਨਕਲੀ ਨੋਟ ਕਿਹਦੇ ਅੱਗੇ ਪੁਕਾਰ ਕਰੇ ਮੈਨੂੰ ਯਾਰ ਬੈਂਕ ਦੇ ਵਿੱਚ ਜਮਾ ਕਰਾ ਦਿਓ? ਹੋ ਹੀ ਨਹੀਂ ਸਕਦਾ। ਇਸ ਲਈ ਜਦੋਂ ਤੱਕ ਸੱਚ ਦੇ ਨਾਲ ਬੰਦਾ ਨਹੀਂ ਜੁੜਦਾ ਉਦੋਂ ਤੱਕ ਸੱਚ ਦੇ ਅੰਦਰ ਉਹ ਪ੍ਰਵਾਨ ਅਲੇਪ ਜਿਹੜਾ ਸੱਚ ਦੇ ਵਿੱਚ ਨਹੀਂ ਸਮਾ ਸਕਦਾ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜੇ ਖੋਟੇ ਨੇ ਉਹ ਬਾਹਰ ਸੱਟੇ ਜਾਂਦੇ ਨੇ, ਭਟਕਣਾ ਵਿੱਚ ਪੈ ਜਾਂਦੇ ਨੇ। ਉਹ ਫਿਰ ਇਸ ਬਚਾਅ ਵਾਸਤੇ ਕਿਹਦੇ ਅੱਗੇ ਪੁਕਾਰ ਕਰਨ? ਸਵਾਲ ਇਹ ਹੈ ਕਿ ਪੁਕਾਰ ਕਿੱਥੇ ਕੀਤੀ ਜਾਏ ਕਿ ਉਹ ਸਾਰੀ ਜ਼ਿੰਦਗੀ ਭਟਕਦੇ ਹੀ ਮਰ ਜਾਣਗੇ, ਜਾਂ ਕਿ ਕੋਈ ਸੋਲੂਸ਼ਨ ਹੈ
ਤਾਂ ਗੁਰੂ ਜੀ ਅਗਲੀ ਪੰਕਤੀ ਵਿੱਚ ਸੋਲੂਸ਼ਨ ਦੱਸ ਰਹੇ ਨੇ। ਸੋਲੂਸ਼ਨ ਹੈ, ਜੇ ਕੋਈ ਰੱਬੀ ਦਰ ਤੇ ਪ੍ਰਵਾਨ ਹੋਣਾ ਚਾਹੁੰਦਾ ਹੈ, ਮਨੁੱਖਤਾ ਦੇ ਪੈਮਾਨੇ ਦੇ ਉੱਤੇ ਜੇਕਰ ਕੋਈ ਪੂਰਾ ਉਤਰਨਾ ਚਾਹੁੰਦਾ ਹੈ, ਤਾਂ ਉਹਦੇ ਵਾਸਤੇ ਸਾਨੂੰ ਸਾਧਨ ਦੱਸ ਰਹੇ ਨੇ। ਸਤਿਗੁਰ ਪਿੱਛੇ ਭੱਜ ਪਵੇਂ, ਇਹਾ ਕਰਨੀ ਸਾਰ। ਇਹਨੂੰ ਭੱਜ ਨਹੀਂ ਕਹਿਣਾ, ਭੱਜ ਭੱਬੇ ਦੇ ਉੱਤੇ ਅੱਧਕ ਬੁਲਾਉਣਾ ਹੈ। ਭੱਜ, ਭੱਜ ਦਾ ਮਤਲਬ ਭੱਜਣਾ, ਭੱਜ ਕੇ। ਪਿੱਛੇ ਦਾ ਮਤਲਬ ਸ਼ਰਨੀ। ਸਤਿਗੁਰ ਪਿੱਛੇ ਭੱਜ ਪਵੇਂ, ਇਹਾ ਕਰਨੀ ਸਾਰ। ਸਾਰ ਦਾ ਮਤਲਬ ਸ੍ਰੇਸ਼ਟ, ਕਰਨੀ ਦਾ ਮਤਲਬ ਕੰਮ ਕਰਨ ਵਾਲੀ ਗੱਲ। ਸਭ ਤੋਂ ਚੰਗੀ ਕਰਨ ਵਾਲੀ ਗੱਲ ਇਹ ਹੈ ਕਿ ਉਹ ਸਤਿਗੁਰ ਦੀ ਸ਼ਰਨੀ ਜਾ ਪੈਣ, ਜਿਨ੍ਹਾਂ ਦੇ ਜੀਵਨ ਹੌਲੇ ਮਿਲਦੇ ਨੇ ਨਾ, ਜਿਨ੍ਹਾਂ ਵਿੱਚ ਇਨਸਾਨੀਅਤ ਨਹੀਂ, ਜੋ ਸਚਿਆਰ ਨਹੀਂ, ਜੋ ਖੋਟੇ ਹੋ ਗਏ ਨੇ, ਜਿਨ੍ਹਾਂ ਦੇ ਅੰਦਰ ਗੈਰ ਇਨਸਾਨੀਅਤ ਹੈ, ਜਿਨ੍ਹਾਂ ਵਿੱਚ ਭਟਕਣਾ ਹੈ, ਦੁੱਖ ਚਿੰਤਾਵਾਂ ਵਿੱਚ ਫਸੇ ਨੇ, ਵਿਕਾਰਾਂ ਵਿੱਚ ਫਸ ਗਏ ਨੇ, ਤਾਂ ਉਹਨਾਂ ਅੱਗੇ ਸ਼ਿਕਾਇਤ ਕਰਨ ਲਈ, ਬਚਣ ਲਈ ਹੋਰ ਕੋਈ ਥਾਂ ਨਹੀਂ ਹੈ। ਕੋਈ ਦੇਵੀ, ਕੋਈ ਦੇਵਤਾ, ਕੋਈ ਪੀਰ, ਕੋਈ ਫਕੀਰ, ਕੋਈ ਬਾਬਾ, ਕੋਈ ਮੜੀ, ਕੋਈ ਨਹੀਂ ਬਚਾ ਸਕਦਾ। ਸਿਰਫ ਇੱਕ ਹੀ ਸਾਧਨ ਹੈ ਕਿ ਸਤਿਗੁਰ ਦੀ ਸ਼ਰਨੀ ਪੈ ਜਾਣ, ਆਪਣੀ ਮੱਤ ਛੱਡ ਕੇ ਗੁਰੂ ਦੇ ਰਾਹ ਤੇ ਤੁਰ ਪੈਣ। ਇਹ ਸਾਰਿਆਂ ਤੋਂ ਸ੍ਰੇਸ਼ਟ ਕਰਨੀ ਹੈ। ਤੇ ਹੁਣ ਸਵਾਲ ਪੈਦਾ ਹੋਏਗਾ ਕਿ ਸਤਿਗੁਰ ਦੀ ਸ਼ਰਨ ਵਿੱਚ ਜਾਣ ਨਾਲ ਕੀ ਹੋਏਗਾ, ਰਿਜ਼ਲਟ ਕੀ ਨਿਕਲੇਗਾ, ਸਤਿਗੁਰ ਦੇ ਅੰਦਰ ਐਸੇ ਕਿਹੜੇ ਗੁਣ ਨੇ? ਤਾਂ ਗੁਰੂ ਜੀ ਕਹਿੰਦੇ ਨੇ, ਸਤਿਗੁਰ ਖੋਟਿਓਂ ਖਰੇ ਕਰੇ। ਸਤਿਗੁਰ ਖੋਟਿਆਂ ਨੂੰ ਖਰੇ ਬਣਾ ਦਿੰਦਾ, ਖੋਟਿਆਂ ਤੋਂ ਖਰੇ ਕਰ ਦਿੰਦਾ। ਕਿਵੇਂ? ਜਿਵੇਂ ਸੋਨੇ ਦੇ ਅੰਦਰ ਖੋਟ ਹੈ, ਕੋਈ ਸੋਨੇ ਦਾ ਸਿੱਕਾ ਤੇ ਉਹਦੇ ਅੰਦਰ ਖੋਟ ਹੈ, ਉਹਦੇ ਵਿੱਚ ਪਿੱਤਲ, ਤਾਂਬਾ ਜਾਂ ਕੋਈ ਧਾਤ ਰਲੀ ਹੈ। ਹੁਣ ਮੈਂ ਤਾਂ ਨਹੀਂ ਕੱਢ ਸਕਦਾ, ਤੁਸੀਂ ਵੀ ਨਹੀਂ ਕੱਢ ਪਾਓਗੇ, ਤੁਸੀਂ ਖਰਾ ਨਹੀਂ ਕਰ ਸਕਦੇ ਸੋਨੇ ਨੂੰ, ਮੈਂ ਨਹੀਂ ਕਰ ਸਕਦਾ। ਲੇਕਿਨ ਜੇ ਉਸ ਸੁਨਿਆਰੇ ਵੀਰ ਕੋਲ ਅੱਪੜ ਜਾਏ, ਕਿਸੇ ਜੋਤਸ਼ੀ ਨੂੰ ਕਾਪੀਆ ਲੈ ਤੇ ਧੂਪ ਦਿਖਾ ਕੇ ਸੋਨੇ ਨੂੰ ਖਰਾ ਕਰ ਦੇ, ਕੋਈ ਕਰ ਦੇਗਾ? ਬਿਲਕੁਲ ਵੀ ਨਾ। ਕਿਸੇ ਬਾਬੇ ਕੋਲ ਲੈ ਜਾਓ ਕਿ ਬਾਬਾ ਜੀ ਕੋਈ ਮੰਤਰ ਮਾਰੋ ਤੇ ਸੋਨਾ ਖਰਾ ਹੋ ਜਾਏਗਾ? ਨਹੀਂ। ਕਬਰ ਤੇ ਰਗੜ ਲਿਓ, ਕਿਸੇ ਤੀਰਥਾਂ ਦੇ ਵਿੱਚ ਨਵਾ ਲਿਓ, ਸੋਨੇ ਨੂੰ ਡੁਬਕੀਆਂ ਦਵਾ ਲਿਓ ਕਿ ਖਰਾ, ਕੋਈ ਤੀਰਥ ਖਰਾ ਕਰ ਦੇਗਾ? ਨਾ, ਬਿਲਕੁਲ ਵੀ ਨਾ। ਕੌਣ ਕਰੇਗਾ? ਸੁਨਿਆਰੇ ਕੋਲ ਲੈ ਜਾਓ, ਸੁਨਿਆਰਾ ਵੀਰ ਉਹਨੂੰ ਕੁਠਾਲੀ ਦੇ ਵਿੱਚ ਪਾਏਗਾ, ਉਹਦੇ ਵਿੱਚੋਂ ਖੋਟ ਕੱਢ ਕੇ ਉਹਨੂੰ ਖਰਾ ਕਰ ਦੇਗਾ। ਇਸੇ ਤਰ੍ਹਾਂ ਕੋਈ ਕਰਮਕਾਂਡ ਸਾਨੂੰ ਖਰਾ ਨਹੀਂ ਕਰ ਸਕਦਾ। ਸਤਿਗੁਰ ਖੋਟਿਓਂ ਖਰੇ ਕਰੇ, ਸਤਿਗੁਰ ਖੋਟਿਆਂ ਨੂੰ ਖਰੇ ਕਰ ਦਿੰਦਾ ਹੈ। ਜੇ ਸਾਡੀ ਮਾਨਸਿਕਤਾ, ਸੋਚ ਦੇ ਅੰਦਰ ਖੋਟ ਹੈ ਨਾ, ਗੁਰੂ ਜੀ ਸਾਡੀ ਉਸ ਸੋਚ ਦੇ ਖੋਟ ਨੂੰ ਕੱਢਦਾ ਹੈ। ਸ਼ਬਦ ਸਵਾਰਨਹਾਰ। ਤੇ ਕਿਵੇਂ ਕੱਢਦਾ ਹੈ? ਸ਼ਬਦ ਦੇ ਰਾਹੀਂ ਸਵਾਰਨ ਵਾਲਾ ਹੈ, ਉਪਦੇਸ਼ ਰਾਹੀਂ, ਗਿਆਨ ਰਾਹੀਂ। ਗੁਰੂ ਗਿਆਨ ਦੀ ਦਾਤ ਦਿੰਦਾ ਹੈ ਤੇ ਉਸ ਗਿਆਨ ਦੀ ਦਾਤ ਦੇ ਨਾਲ ਬੰਦੇ ਦੇ ਅੰਦਰੋਂ ਵਿਕਾਰਾਂ ਨੂੰ ਕੱਢਦਾ ਹੈ ਤੇ ਉਹਦੇ ਅੰਦਰ ਸਿਰਫ ਖਰਾਪਨ ਰਹਿ ਜਾਂਦਾ ਹੈ, ਸੱਚਾਈ, ਇਹ ਬੁਰਾਈਆਂ ਨਿਕਲ ਜਾਂਦੀਆਂ। ਸੱਚੀ ਦਰਗਾਹ ਮੰਨੀਆਂ, ਗੁਰ ਕੇ ਪ੍ਰੇਮ ਪਿਆਰ। ਸੱਚੀ ਦਰਗਾਹ ਮੰਨੀਆਂ ਦਾ ਮਤਲਬ ਮੰਨੇ, ਆਦਰ ਮਿਲਦਾ ਹੈ ਉਹਨਾਂ ਨੂੰ। ਗੁਰ ਕੇ ਪ੍ਰੇਮ ਪਿਆਰ ਦਾ ਮਤਲਬ ਸਤਿਗੁਰ ਦੇ ਬਖਸ਼ੇ ਪ੍ਰੇਮ ਪਿਆਰ ਦੇ ਕਾਰਨ ਰੱਬੀ ਦਰਗਾਹ ਦੇ ਵਿੱਚ ਉਹ ਲੋਕ ਆਦਰ ਪਾਉਂਦੇ ਨੇ। ਕੌਣ ਪਾਉਂਦੇ ਨੇ? ਜਿਨ੍ਹਾਂ ਨੂੰ ਗੁਰੂ ਦਾ ਪ੍ਰੇਮ ਮਿਲਿਆ, ਜੋ ਗੁਰੂ ਨਾਲ ਪਿਆਰ ਕਰਨ ਵਾਲੇ, ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਪ੍ਰੇਮ ਹੈ ਗੁਰੂ ਦੇ ਸਿਧਾਂਤਾਂ ਲਈ, ਗੁਰੂ ਦੀ ਵਿਚਾਰਧਾਰਾ ਲਈ, ਗੁਰੂ ਦੀ ਫਿਲਾਸਫੀ ਲਈ, ਗੁਰੂ ਦੇ ਦਿੱਤੇ ਵੇ ਆਫ ਲਾਈਫ ਦੇ ਨਾਲ, ਜਿਨ੍ਹਾਂ ਨੇ ਗੁਰੂ ਉਪਦੇਸ਼ ਦੇ ਨਾਲ ਪਿਆਰ ਕੀਤਾ, ਗੁਰੂ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਇੰਪਲੀਮੈਂਟ ਕੀਤਾ, ਉਹਨਾਂ ਨੂੰ ਫਿਰ ਰੱਬੀ ਦਰਗਾਹ ਦੇ ਅੰਦਰ ਮਾਣ ਮਿਲਦਾ ਹੈ। ਤੇ ਰੱਬੀ ਦਰਗਾਹ 'ਚ ਮਰਨ ਤੋਂ ਬਾਅਦ ਨਹੀਂ ਕਿ ਮਰਨ ਤੋਂ ਬਾਅਦ ਬੰਦਾ ਦਰਗਾਹ ਵਿੱਚ ਜਾਏਗਾ। ਸਾਰਾ ਸੰਸਾਰ ਰੱਬ ਦੀ ਦਰਗਾਹ ਹੀ ਹੈ। ਕਰਤਾ ਜਿਹੜਾ ਹੈ ਕੁਦਰਤ ਦੇ ਅੰਦਰ ਵਸਿਆ, ਕੁਦਰਤ ਕਰਕੇ ਵਸਿਆ। ਇਹ ਜਗ ਸੱਚੇ ਕੀ ਹੈ ਕੋਠੜੀ। ਇਹ ਸੰਸਾਰ ਹੀ ਉਹਦੀ ਕੋਠੜੀ ਹੈ, ਉਹਦੀ ਦਰਗਾਹ ਹੈ, ਉਹਦਾ ਨਿਵਾਸ ਹੈ। ਤੇ ਉਹ ਇਸ ਸੰਸਾਰ ਦੇ ਅੰਦਰ ਮੰਨੇ ਜਾਂਦੇ ਨੇ। ਉਹਨਾਂ ਲੋਕਾਂ ਨੂੰ ਦੁਨੀਆ ਵਿੱਚ ਮਾਣ, ਆਦਰ, ਸਤਿਕਾਰ ਮਿਲਦਾ ਹੈ
ਦੇ ਜੀਵਨ ਨੂੰ ਗੁਰੂ ਨੇ ਸ਼ਬਦ ਰਾਹੀਂ ਸਵਾਰਿਆ ਹੈ ਤੇ ਗੁਰੂ ਦੇ ਪ੍ਰੇਮ ਪਿਆਰ ਕਰਕੇ ਐਸੇ ਇਨਸਾਨ ਰੱਬੀ ਦਰਗਾਹ ਵਿੱਚ ਮਾਣ ਪਾਉਂਦੇ ਨੇ। ਗਣਤ ਤਿਨਾਂ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ। ਗਣਤ ਦਾ ਮਤਲਬ ਗਿਣਤੀ ਮਿਣਤੀ, ਦੰਦ ਕਥਾ, ਨਿੰਦਿਆ। ਜੋ ਆਪ ਬਖਸ਼ੇ ਕਰਤਾਰ ਦਾ ਮਤਲਬ ਜਿਨ੍ਹਾਂ ਨੂੰ ਰੱਬ ਨੇ ਆਪ ਬਖਸ਼ਿਆ ਹੈ, ਮੀਨਸ ਜੋ ਰੱਬੀ ਬਖਸ਼ਿਸ਼ ਦੇ ਪਾਤਰ ਬਣ ਗਏ ਨੇ, ਜੋ ਰੱਬੀ ਰਜ਼ਾ ਵਿੱਚ ਤੁਰ ਰਹੇ ਨੇ, ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਧਾਰਨ ਕਰ ਲਿਆ ਹੈ, ਉਹਨਾਂ ਦੀ ਨਿੰਦਿਆ ਕੋਈ ਕੀ ਕਰਕੇ ਕਰੇਗਾ? ਕੀ ਉਹਦੀ ਨਿੰਦਿਆ ਕਰ ਲੋਗੇ? ਭਗਤ ਕਬੀਰ ਜੀ ਦੀ ਨਿੰਦਾ ਕਰਕੇ ਕਿਸੇ ਨੇ ਕੀ ਵਿਗਾੜ ਲਿਆ? ਕੀ ਵਿਗਾੜ ਲੋਗੇ ਉਸਦਾ? ਭਾਈ ਕਨ੍ਹਈਆ ਜੀ ਦੇ ਖਿਲਾਫ ਕੀ ਬੋਲ ਲੋਗੇ? ਜੇ ਬੋਲੋਗੇ ਵੀ ਲੋਕ ਨਾਲ ਦੇ ਨਾਲ ਹੀ ਕਹਿਣਗੇ ਨਾ ਕਿ ਬੰਦਾ ਪਾਗਲ ਹੋ ਗਿਆ, ਕੋਈ ਸੁਣੇਗਾ ਨਹੀਂ। ਭਗਤ ਪੂਰਨ ਸਿੰਘ ਦੇ ਖਿਲਾਫ ਕੀ ਬੋਲੋਗੇ? ਭਾਈ ਮਤੀ ਦਾਸ, ਭਾਈ ਸਤੀ ਦਾਸ ਦੇ ਖਿਲਾਫ ਕੀ ਬੋਲੋਗੇ? ਕੋਈ ਲਫ਼ਜ਼ ਹੈ? ਤੇ ਜੇ ਕੋਈ ਬੰਦਾ ਬੋਲਣ ਦਾ ਯਤਨ ਕਰੇਗਾ, ਲੋਕ ਕਹਿਣਗੇ ਮੂਰਖ ਹੈ। ਤਾਂ ਜੋ ਰੱਬ ਦੀ ਬਖਸ਼ਿਸ਼ ਦੇ ਪਾਤਰ ਬਣ ਗਏ, ਉਹਨਾਂ ਦੀ ਗਿਣਤੀ ਮਿਣਤੀ ਬੰਦਾ ਕੀ ਕਰੇਗਾ? ਉਹਨਾਂ ਦੀ ਨਿੰਦਿਆ ਕੀ ਕਰੇਗਾ? ਉਹਨਾਂ ਦੀ ਖਿਲਾਫਤ ਕੀ ਕਰੇਗਾ? ਉਹਨਾਂ ਖਿਲਾਫਤ ਕਰਨ ਦਾ ਕੋਈ ਲਾਭ ਨਹੀਂ ਹੋਣਾ, ਕਿਉਂਕਿ ਉਹ ਮਹਾਨ ਨੇ। ਅਗਲਾ ਬਚਨ ਕਰਦੇ ਨੇ। ਹੁਣ ਆਪਾਂ ਟਾਈਮ ਹੋ ਗਿਆ ਤੇ ਜੋ ਪਿਛਲੀ ਪੌੜੀ ਰਹਿੰਦੀ ਹੈ, ਅਸੀਂ ਉਸ ਪੌੜੀ ਦੀ ਵਿਚਾਰ ਜਿਹੜੀ ਹੈ ਉਹ ਵੀ ਮੈਂ ਆਪ ਦੇ ਨਾਲ ਸਾਂਝੀ ਕਰਦੇ ਹਾਂ, ਕਿਉਂਕਿ ਆਪ ਸੰਗਤਾਂ ਦਾ ਹੁਕਮ ਸੀ ਤੇ ਉਸ ਪੌੜੀ ਦੇ ਨਾਲ ਜੁੜਨ ਦਾ ਯਤਨ ਕਰੀਏ, ਜੋ ਕਿ ਦੁਬਾਰਾ ਕਰਨ ਵਾਸਤੇ ਹੁਕਮ ਕੀਤਾ ਗਿਆ ਸੀ। ਇਹ ਪੌੜੀ ਦੀ ਪਹਿਲੀ ਪੰਕਤੀ ਹੈ, ਬਦ ਫੈਲੀ ਗੈਬਾਨਾ ਖਸਮ ਨਾ ਜਾਣਈ। ਬਦ ਫੈਲੀ ਦਾ ਮਤਲਬ ਹੈ ਮੰਦੀ ਕਰਤੂਤ ਕਰਨ ਵਾਲਾ। ਦੱਸ ਦਿਓ ਪੇਜ। ਪੇਜ 142 ਹੈ ਜੀ, 142। ਅੱਛਾ, 142 ਤੇ ਪਹਿਲੀ ਪੰਕਤੀ ਹੈ, ਬਦ ਫੈਲੀ ਗੈਬਾਨਾ ਖਸਮ ਨਾ ਜਾਣਈ। ਮਤਲਬ ਮੰਦੇ ਕਰਮ ਕਰਨ ਵਾਲਾ। ਤੇ ਗੈਬਾਨਾ ਦਾ ਮਤਲਬ ਹੈ ਛਿਪ ਕੇ। ਜੋ ਮਨੁੱਖ ਲੁਕ ਕੇ ਪਾਪ ਕਮਾਉਂਦਾ ਹੈ। ਖਸਮ ਨਾ ਜਾਣਈ, ਪਰ ਹਰ ਥਾਂ ਤੇ ਰੱਬ ਨੂੰ ਨਹੀਂ ਸਮਝਦਾ ਕਿ ਰੱਬ ਸਭ ਥਾਵਾਂ ਤੇ ਹੈ। ਵੈਸੇ ਅਸੀਂ ਹਰ ਧਰਮ ਮਜ਼ਹਬ ਨੂੰ ਮੰਨਣ ਵਾਲਾ ਬੰਦਾ ਕਹਿ ਰਿਹਾ ਹੈ ਕਿ ਰੱਬ ਹਰ ਥਾਂ ਤੇ ਹੈ। ਘਟ ਘਟ ਮੈਂ ਹਰ ਜੂ ਵਸੈ, ਸਭ ਮੈਂ ਜੋਤ ਜੋਤ ਹੈ ਸੋਏ, ਜਾਂ ਜਲ ਥਲ ਮਹੀਲ ਪੂਰਿਆ। ਗੁਰਬਾਣੀ ਚੋਂ ਕਿੰਨੀਆਂ ਮਿਸਾਲਾਂ ਮਿਲਦੀਆਂ ਨੇ ਕਿ ਰੱਬ ਜਰਰੇ ਜਰਰੇ ਅੰਦਰ ਸਮਾਇਆ ਹੋਇਆ ਹੈ। ਤੇ ਇਹ ਹਰ ਧਰਮ ਵਰਗ ਦਾ ਬੰਦਾ ਕਹਿ ਰਿਹਾ ਹੈ। ਨਾਲ ਬੰਦਾ ਇਹ ਵੀ ਕਹਿੰਦਾ ਕਿ ਰੱਬ ਸਾਡੇ ਕੰਮਾਂ ਨੂੰ ਵੇਖ ਰਿਹਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਬਦ ਫੈਲੀ ਗੈਬਾਨਾ ਖਸਮ ਨਾ ਜਾਣਈ। ਮਾੜੀਆਂ ਕਰਤੂਤਾਂ ਕਰਨ ਵਾਲਾ ਬੰਦਾ ਲੁਕ ਲੁਕ ਕੇ ਮਾੜੇ ਕਰਮ ਕਰਦਾ ਹੈ ਤੇ ਸਮਝਦਾ ਹੈ ਮੈਨੂੰ ਕੋਈ ਵੇਖ ਨਹੀਂ ਰਿਹਾ। ਖਸਮ ਨਾ ਪਛਾਣਈ, ਪਰ ਰੱਬ ਨੂੰ ਨਹੀਂ ਪਛਾਣਦਾ ਕਿ ਰੱਬ ਤੇ ਸਭ ਥਾਵਾਂ ਤੇ। ਜੇ ਬੰਦਾ ਇਸ ਚੀਜ਼ ਨੂੰ ਸਮਝ ਲਵੇ ਕਿ ਰੱਬ ਸਭ ਥਾਂ ਤੇ ਹੈ, ਮੇਰੇ ਹਰ ਕੰਮ ਨੂੰ ਵੇਖ ਰਿਹਾ ਹੈ, ਮੇਰੇ ਹਰ ਬੋਲ ਨੂੰ ਸੁਣ ਰਿਹਾ ਹੈ, ਤਾਂ ਫਿਰ ਬੰਦਾ ਮਾੜੇ ਬੋਲ ਨਹੀਂ ਨਾ ਬੋਲੇਗਾ, ਮਾੜੇ ਕਰਮ ਨਹੀਂ ਕਰੇਗਾ। ਕਿੱਥੇ ਲੁਕੋਗੇ? ਜੋ ਹੈ ਹੀ ਸਭ ਥਾਵਾਂ ਤੇ ਹੈ। ਉਹ ਇੱਕ ਕਹਾਣੀ ਆਪਨੇ ਸੁਣੀ ਹੈ ਨਾ, ਹਰ ਪ੍ਰਚਾਰ ਸੁਣਾਉਂਦੇ ਨੇ ਆਮ ਕਰਕੇ, ਤੇ ਸਿਰਫ ਉਹ ਕਹਾਣੀ ਹੈ। ਉਸ ਕਹਾਣੀ ਰਾਹੀਂ ਕੁਝ ਕਹਿਣ ਦਾ ਯਤਨ ਕੀਤਾ ਗਿਆ ਹੈ ਕਿ ਇੱਕ ਉਸਤਾਦ ਨੇ ਆਪਣੇ ਦੋ ਚੇਲਿਆਂ ਦੀ ਪ੍ਰੀਖਿਆ ਲੈਣੀ ਚਾਹੀ, ਜੋ ਆਪਣੇ ਉਹਨਾਂ ਚੇਲਿਆਂ ਨੂੰ ਪੜ੍ਹਾਉਂਦਾ ਸੀ ਕਿ ਰੱਬ ਸਭ ਥਾਂ। ਤੇ ਉਹਨੇ ਅੱਗੇ ਹੁਣ ਇੰਚਾਰਜ ਬਣਾਉਣਾ ਸੀ ਆਪਣੀ ਜਗ੍ਹਾ ਤੇ ਉਹਨਾਂ ਦੋਵਾਂ ਦੀ ਪ੍ਰੀਖਿਆ ਲੈਣ ਵਾਸਤੇ ਦੋਵਾਂ ਨੂੰ ਇੱਕ ਇੱਕ ਕਬੂਤਰ ਦੇ ਦਿੱਤਾ ਵੀ ਇਹ ਕਬੂਤਰ ਨੂੰ ਉੱਥੇ ਮਾਰ ਕੇ ਲਿਆਉਣਾ ਹੈ ਜਿੱਥੇ ਕੋਈ ਤੁਹਾਨੂੰ ਵੇਂਦਾ ਨਾ ਹੋਵੇ। ਉਹ ਦੋਵੇਂ ਲੈ ਕੇ ਚੱਲ ਪਏ। ਇੱਕ ਬੰਦਾ ਚਲਾ ਗਿਆ ਉਜਾੜ ਬਿਆਬਾਨ ਦੇ ਵਿੱਚ, ਪਹਾੜ ਦੀ ਗੁਫਾ ਦੇ ਵਿੱਚ ਵੜਿਆ, ਜਿੱਥੇ ਜਾ ਕੇ ਹਨੇਰਾ ਸੀ, ਜਿੱਥੇ ਕੋਈ ਨਹੀਂ ਸੀ ਵੇਖ ਰਿਹਾ, ਉੱਥੇ ਕਬੂਤਰ ਨੂੰ ਝਟਕਾਇਆ ਤੇ ਵਾਪਸ ਲੈ ਆਇਆ। ਦੂਜਾ ਬੰਦਾ ਵੀ ਫਿਰਿਆ, ਉਹ ਵੀ ਗੁਫਾਵਾਂ ਦੇ ਵਿੱਚ ਵੀ ਗਿਆ, ਜੰਗਲਾਂ ਵਿੱਚ ਗਿਆ, ਬਿਆਬਾਨ ਵਿੱਚ ਗਿਆ, ਜਿਹੜੇ ਪੁਰਾਣੇ ਕਿਤੇ ਡਿੱਗੇ ਟੱਠੇ ਮਕਾਨ ਸਨ ਉਹਨਾਂ ਦੇ ਵਿੱਚ ਵੀ ਗਿਆ, ਜਿੱਥੇ ਕਦੇ ਕੋਈ ਬੰਦਾ ਗਿਆ ਹੀ ਨਹੀਂ ਸੀ। ਪਰ ਉਹ ਕਬੂਤਰ ਨੂੰ ਜਿੰਦਾ ਲੈ ਕੇ ਵਾਪਸ ਆ ਗਿਆ। ਤੇ ਉਸਤਾਦ ਨੇ ਪੁੱਛਿਆ, ਹਾਂ ਬਈ ਤੂੰ? ਕਹਿਣ ਲੱਗਾ, ਜੀ ਮੈਂ ਤਾਂ
ਮੈਨੂੰ ਕੋਈ ਜਗ੍ਹਾ ਨਹੀਂ ਮਿਲੀ। ਉਹ ਕਹਿਣ ਲੱਗਾ, ਤੂੰ ਕਹਿਣ ਲੱਗਾ ਜੀ ਹਾਂ ਮੈਨੂੰ ਜਗ੍ਹਾ ਮਿਲ ਗਈ। ਮੈਂ ਤਾਂ ਬਹੁਤ ਉਜਾੜ ਬਿਆਬਾਨ ਦੇ ਵਿੱਚ ਗਿਆ, ਫਿਰ ਮੈਂ ਪਹਾੜ ਦੇ ਵਿੱਚ ਚਲਾ ਗਿਆ, ਉੱਥੇ ਗੁਫਾ ਸੀ, ਉਸ ਗੁਫਾ ਦੇ ਵਿੱਚ ਵੜਿਆ ਜਿੱਥੇ ਕੁੱਪ ਹਨੇਰਾ ਸੀ, ਮੈਨੂੰ ਆਪਣਾ ਹੱਥ ਪਸਾਰਿਆ ਵੀ ਨਜ਼ਰੀ ਨਹੀਂ ਸੀ ਪੈ ਰਿਹਾ, ਉੱਥੇ ਮਾਰ ਕੇ ਲਿਆਂਦਾ ਜੀ। ਮੈਂ ਤੁਹਾਡੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ, ਕੋਈ ਨਹੀਂ ਸੀ ਵੇਖ ਰਿਹਾ। ਤੇ ਦੂਜੇ ਤੋਂ ਪੁੱਛਿਆ ਵੀ ਤੈਨੂੰ ਥਾਂ ਨਹੀਂ ਲੱਭਿਆ? ਕਹਿੰਦਾ ਜੀ ਮੈਂ ਵੀ ਗਿਆ ਸਾਂ, ਐਸੀਆਂ ਗੁਫਾਵਾਂ ਦੇ ਵਿੱਚ ਵੀ ਗਿਆ, ਜੰਗਲਾਂ ਵਿੱਚ ਵੀ ਗਿਆ, ਟੁੱਟੇ ਫੁੱਟੇ ਜਿਹੜੇ ਖੰਡਹਰ ਸਨ ਉੱਥੇ ਵੀ ਗਿਆ, ਪਰ ਜਿੱਥੇ ਵੀ ਮੈਂ ਜਾਂਦਾ ਸਾਂ ਕਬੂਤਰ ਮੈਨੂੰ ਵੇਖ ਰਿਹਾ ਸੀ। ਇੱਕ ਤਾਂ ਇਹ ਮੈਨੂੰ ਵੇਖਦਾ ਸੀ, ਤੇ ਦੂਜੀ ਗੱਲ ਹੈ ਵੀ ਜਿੱਥੇ ਵੀ ਮੈਂ ਗਿਆ ਉੱਥੇ ਰੱਬ ਮੈਨੂੰ ਵੇਖ ਰਿਹਾ ਸੀ। ਕੋਈ ਐਸੀ ਥਾਂ ਨਹੀਂ ਸੀ, ਮੈਂ ਗੁਫਾ ਦੇ ਵਿੱਚ ਵੀ ਵੜਿਆ ਪਰ ਰੱਬ ਮੈਨੂੰ ਉੱਥੇ ਵੀ ਵੇਖ ਰਿਹਾ ਸੀ। ਇਸ ਲਈ ਮੈਨੂੰ ਕੋਈ ਐਸੀ ਜਗ੍ਹਾ ਨਹੀਂ ਮਿਲੀ ਕਿ ਜਿੱਥੇ ਨਾ ਵੇਖ ਰਿਹਾ ਹੋਵੇ। ਤਾਂ ਕਹਿੰਦੇ ਨੇ ਉਸ ਉਸਤਾਦ ਨੇ ਇਹਨੂੰ ਇੰਚਾਰਜ, ਯਾਨੀ ਇੱਕ ਕਹਾਣੀ। ਹੁਣ ਅਸੀਂ ਕਹਿੰਦੇ ਤੇ ਹੈ ਵੀ ਰੱਬ ਸਭ ਥਾਵਾਂ ਤੇ ਹੈ, ਤੇ ਫਿਰ ਕਬੂਤਰ ਨੂੰ ਕਿਵੇਂ ਮਰੋੜੋਗੇ ਓਪਰੀ ਥਾਂ ਤੇ ਵੀ ਜਿੱਥੇ ਕੋਈ ਨਹੀਂ ਵੇਖ ਰਿਹਾ? ਕੋਈ ਬੰਦਾ ਕਿਵੇਂ ਵੀ ਵਿਚਾਰ ਕਮਾਏਗਾ ਪਰਾਈ ਔਰਤ ਦੇ ਨਾਲ ਕਿ ਉੱਥੇ ਰੱਬ ਨਹੀਂ ਵੇਖ ਰਿਹਾ? ਕਿਸੇ ਦੇ 2 ਪੈਸੇ ਵੀ ਕਿਵੇਂ ਤੁਸੀਂ ਚੋਰੀ ਖਾ ਲੋਗੇ, ਕਿਵੇਂ ਖਾ ਲੋਗੇ? ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਬਦ ਫੈਲੀ ਬੰਦਾ, ਪਾਪ ਕਮਾਉਣ ਵਾਲਾ ਲੁਕ ਲੁਕ ਕੇ ਪਾਪ ਕਮਾਉਂਦਾ ਹੈ, ਪਰ ਖਸਮ ਨੂੰ ਨਹੀਂ ਜਾਣਦਾ, ਰੱਬ ਨੂੰ ਨਹੀਂ ਵੇਖਦਾ, ਉਹਨੂੰ ਮਹਿਸੂਸ ਨਹੀਂ ਕਰਦਾ। ਸੋ ਕਹੀਏ ਦੇਵਾਨਾ ਆਪ ਨਾ ਪਛਾਣੇ। ਦੇਵਾਨਾ ਦਾ ਮਤਲਬ ਇੱਥੇ ਪਾਗਲ। ਅਸੀਂ ਕਹਿੰਦੇ ਨਾ ਫਲਾਂ ਬੰਦਾ ਪਾਗਲ ਹੈ, ਅਸੀਂ ਜਿਹਨੂੰ ਮਰਜ਼ੀ ਸਰਟੀਫਿਕੇਟ ਦੇ ਦਿੰਦੇ ਆ ਪਾਗਲ ਹੈ, ਸਾਡੀ ਗੱਲ ਨਾ ਮੰਨੇ ਸਾਨੂੰ ਸਾਰੇ ਪਾਗਲ ਹੀ ਦਿਸਦੇ ਨੇ। ਪਰ ਗੁਰੂ ਜੀ ਕਹਿੰਦੇ ਨੇ ਉਹ ਬੰਦਾ ਪਾਗਲ ਹੈ ਜੋ ਆਪਣੇ ਅਸਲੀ ਦੀ ਪਛਾਣ ਨਹੀਂ ਕਰਦਾ। ਅਸਲੀ ਪਾਗਲ ਹੈ ਉਹ। ਔਰ ਹਕੀਕਤ ਹੈ, ਦੇਖੋ ਅਸੀਂ ਰੋਜ਼ ਪੜ੍ਹਦੇ ਆ ਮਨ ਤੂੰ ਜੋਤ ਸਰੂਪ ਹੈ, ਕਿ ਬੰਦਾ ਜੋਤ ਸਰੂਪ ਹੈ। ਸਾਰੀਆਂ ਦੀਆਂ ਸਾਰੀਆਂ ਕੁਆਲਿਟੀ ਜੋ ਰੱਬ ਵਾਲੀਆਂ ਨੇ ਸਾਡੇ ਵਿੱਚ ਮੌਜੂਦ ਨੇ, ਕਿਉਂਕਿ ਅਸੀਂ ਉਹਦੀ ਅੰਸ਼ ਆ ਨਾ। ਸੱਚ ਸਾਡੇ ਅੰਦਰ ਹੈ, ਦਇਆ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ, ਪਿਆਰ ਹੈ, ਮੁਹੱਬਤ ਹੈ, ਇਹ ਸਾਰੀਆਂ ਚੀਜ਼ਾਂ ਸਾਡੇ ਵਿੱਚ ਮੌਜੂਦ ਨੇ, ਪਰ ਅਸੀਂ ਇਹਨਾਂ ਨੂੰ ਯੂਜ਼ ਨਹੀਂ ਕਰ ਰਹੇ ਤਾਂ ਪਾਗਲ ਹੀ ਹੋਏ। ਜੋ ਆਪਣੇ ਅੰਦਰ ਦੀ ਪੋਸੀਬਿਲਿਟੀ ਪਛਾਣ ਪਾਉਂਦਾ ਕਿ ਮੇਰੇ ਅੰਦਰ ਕੀ ਕੀ ਪੋਸੀਬਿਲਿਟੀਜ਼ ਨੇ, ਮੈਂ ਕਿੰਨਾ ਮਹਾਨ ਹੋ ਸਕਦਾ ਹਾਂ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਅਸੀਂ ਸਤ ਸੰਤੋਖ ਦਇਆ ਧਰਮ ਦੇ ਧਾਰਨੀ ਹੋ ਸਕਦੇ ਹਾਂ, ਲੇਕਿਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੌਡੀਆਂ ਦੇ ਬਦਲੇ ਆਪਣੀ ਜ਼ਿੰਦਗੀ ਚ ਗਵਾਰਿਆ। ਇਹਨੂੰ ਤੇ ਕਮਲਾ ਕਹਿੰਦੇ ਨੇ, ਜਿਹੜਾ ਹੀਰਿਆਂ ਨੂੰ ਛੱਡ ਕੇ ਤੇ ਕੌਡੀਆਂ ਚੁੱਕ ਲਿਆ ਵੀ ਉਹਨੂੰ ਲੋਕ ਕਹਿਣਗੇ ਕਮਲਾ। ਦੇਖੋ ਤੇ ਹੀਰਿਆਂ ਦਾ ਢੇਰ ਲੱਗਾ ਸੀ ਤੇ ਪੰਡ ਕੌਡੀਆਂ ਦੀ ਬੰਨੀ ਫਿਰ ਉਹੀ ਕਵਾਂਗੇ ਨਾ। ਉੱਥੇ ਸੋਨਾ ਖਿਲ ਰਿਹਾ ਸੀ ਤੇ ਟੁੱਟੇ ਘੜਿਆਂ ਦੀਆਂ ਠੀਕਰੀਆਂ ਚੁੱਕੀ ਫਿਰਦਾ। ਤੇ ਜੇ ਕੋਈ ਸਾਨੂੰ ਕਵੇ ਉਹ ਭਲਿਓ ਤੁਹਾਡੇ ਅੰਦਰ ਸਤ ਸੰਤੋਖ ਦਇਆ ਧਰਮ ਧੀਰਜ ਭਰੇ ਪਏ ਨੇ, 4 ਚੁਫੇਰੇ ਖੁਸ਼ੀਆਂ ਖੇੜੇ ਨੇ, ਹਰ ਇਨਸਾਨ ਦੇ ਅੰਦਰ ਰੱਬ ਵਸਦਾ, ਤੇ ਤੁਸੀਂ ਦੁਸ਼ਮਣੀ ਖਰੀਦਦੇ ਫਿਰਦੇ ਹੋ, ਤੁਸੀਂ ਵਿਕਾਰ ਚੱਕੀ ਫਿਰਦੇ ਹੋ, ਤਾਂ ਕਮਲਾ ਹੀ ਹੋਏ ਨਾ। ਸੋ ਕਹੀਏ ਦੇਵਾਨਾ ਆਪ ਨਾ ਪਛਾਣਈ, ਕਲਹ ਬੁਰੀ ਸੰਸਾਰ ਵਾਦੇ ਖਪੀਏ। ਕਲਹ ਦਾ ਮਤਲਬ ਕਲੇਸ਼, ਝਗੜਾ। ਵਾਦੇ ਦਾ ਮਤਲਬ ਝਗੜੇ ਵਿੱਚ, ਖਪੀਏ ਦਾ ਮਤਲਬ ਖਪ ਜਾਈਦਾ। ਜਗਤ ਦੇ ਅੰਦਰ ਹਾਰਾਂ ਦੀ ਜਿਹੜੀ ਵਿਖਾਂ ਦੇ ਚੰਦਰੀ ਹੈ, ਇਹਨਾਂ ਵਿਕਾਰਾਂ ਦੇ ਵਿੱਚ ਪਿਆ ਹੋਇਆ ਬੰਦਾ ਦਾ ਰਹਿੰਦਾ ਹੈ, ਝਗੜਿਆਂ ਦੇ ਅੰਦਰ ਪਿਆ ਹੋਇਆ ਖਪਦਾ ਰਹਿੰਦਾ ਹੈ, ਖਾਮ ਖਾ ਝਗੜ ਰਿਹਾ ਹੈ, ਨਿੱਕੀਆਂ ਗੱਲਾਂ ਤੋਂ ਬੰਦਾ ਝਗੜ ਰਿਹਾ ਹੈ। ਔਰ ਇਹ ਚੀਜ਼ ਨੂੰ ਸਮਝਣ ਵਾਸਤੇ ਹਰ ਬੰਦਾ ਆਪਣੀ ਜ਼ਿੰਦਗੀ ਵੱਲ ਇੱਕ ਝਾਤ ਮਾਰ ਕੇ ਵੇਖੋ। ਮੈਂ ਵੀ, ਤੁਸੀਂ ਵੀ, ਕਿਵੇਂ ਅਸੀਂ ਆਪਣੇ ਬੱਚਿਆਂ ਨਾਲ, ਘਰਵਾਲੀ ਨਾਲ, ਮਾਂ-ਬਾਪ ਨਾਲ, ਭੈਣ ਭਰਾਵਾਂ ਨਾਲ, ਰਿਸ਼ਤੇਦਾਰਾਂ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਝਗੜ ਪੈਂਦੇ ਹਾਂ, ਖਾਮ ਖਾ ਝਗੜਦੇ ਫਿਰਦੇ ਹਾਂ। ਬਿਨਾਂ ਮਤਲਬ ਤੋਂ ਅਸੀਂ ਵਿਕਾਰਾਂ ਦੀ ਪੰਡਾਂ, ਝਗੜਿਆਂ ਦੀਆਂ ਪੰਡਾਂ ਆਪਣੇ ਗਲ ਪਾਈ ਫਿਰਦੇ ਹਾਂ ਤੇ ਬੰਦਾ ਖਪ ਰਿਹਾ ਹੈ। ਲੇਕਿਨ ਜੇ ਸੱਚ ਨਾਲ ਜੁੜੇ, ਪ੍ਰੇਮ ਨਾਲ ਜੁੜੇ, ਤਾਂ ਇਹਦੀ ਐਨਰਜੀ ਘੱਟ ਖਰਚ ਹੋਏਗੀ। ਪ੍ਰੇਮ ਵਾਸਤੇ ਤੇ ਜ਼ੋਰ ਦੀ ਲੋੜ ਹੀ ਨਹੀਂ ਹੈ, ਤਾਕਤ ਦੀ ਲੋੜ ਤੇ ਬੁਰੇ ਕੰਮ ਕਰਨ ਵਾਸਤੇ ਪੈਂਦੀ ਹੈ। ਤਾਕਤ ਦੀ ਲੋੜ ਤੇ ਲੜਨ ਵਾਸਤੇ, ਇੱਕ ਦੂਜੇ ਦੇ ਸਿਰ ਪਾੜਨ ਵਾਸਤੇ ਤਾਕਤ ਦੀ ਲੋੜ ਪੈਂਦੀ ਹੈ। ਪ੍ਰੇਮ ਵਾਸਤੇ ਤਾਕਤ ਦੀ ਲੋੜ ਹੈ ਨਹੀਂ। ਪ੍ਰੇਮ ਵਾਸਤੇ ਤੇ ਸਮਰਪਣ ਦੀ ਲੋੜ ਹੈ, ਇੱਥੇ ਤੇ ਕੁਝ ਕਰਨਾ ਹੀ ਨਹੀਂ ਹੈ। ਬੁਰੇ ਕੰਮ ਕਰਨ ਵਾਸਤੇ ਤਾਕਤ ਦੀ ਲੋੜ ਹੈ। ਤੇ ਬੰਦਾ ਕਿਵੇਂ ਆਪਣੀ ਤਾਕਤ ਦੀ
ਗਲਤ ਵਰਤੋਂ ਕਰ ਰਿਹਾ ਹੈ। ਗੁਰੂ ਜੀ ਕਹਿੰਦੇ ਨੇ ਕਲ ਕਲੇਸ਼ ਵਾਲੀਆਂ ਵਾਦੀਆਂ ਸੰਸਾਰ ਵਿੱਚ ਮਾੜੀਆਂ ਨੇ। ਬੰਦਾ ਇਹਨਾਂ ਕਲ ਕਲੇਸ਼ ਵਾਲੀਆਂ ਵਾਦੀਆਂ ਕਰਕੇ ਝਗੜਿਆਂ ਦੇ ਕਾਰਨ ਦੁਨੀਆ ਦੇ ਅੰਦਰ ਖਪਦਾ ਰਹਿੰਦਾ ਹੈ ਔਰ ਹਰ ਇਨਸਾਨ ਆਪਣੇ ਜੀਵਨ ਨੂੰ ਕੰਪਲਿਕੇਟਡ ਕਰੀ ਫਿਰਦਾ ਹੈ। ਨਹੀਂ ਤਾਂ ਜ਼ਿੰਦਗੀ ਤਾਂ ਬਹੁਤ ਆਸਾਨ ਹੈ, ਜ਼ਿੰਦਗੀ ਤਾਂ ਬੜੀ ਸੌਖੀ ਹੈ, ਪਰ ਬੰਦਾ ਥੋੜੀ ਥੋੜੀ ਈਗੋ ਕਰਕੇ ਗੜਬੜ ਕਰ ਬੈਂਦਾ। ਘਰ ਵਾਲੀ ਕਹਿ ਰਹੀ ਸੀ ਘਰ ਵਾਲੇ ਨੂੰ ਕਿ ਤੂੰ ਆਪਣਾ ਕੰਮ ਆਪ ਕਰਨ ਜੋਗਾ ਨਹੀਂ ਕੱਖ ਵੀ, ਤੇ ਉਹਨੇ ਆਪਣੀ ਈਗੋ ਵਿਖਾਉਣ ਵਾਸਤੇ ਕਹਿਣ ਲੱਗਾ ਕਰ ਕਿਉਂ ਨਹੀਂ ਸਕਦਾ, ਮੈਂ ਐਵੇਂ ਕਰ ਸਕਦਾ, ਬ੍ਰੈਡਾਂ ਹੀ ਮੈਨੂੰ ਗਰਮ ਕਰਕੇ ਦਿੰਦੀ ਆ ਤੇ ਕਿਹੜੀਆਂ ਮੈਂ 2 ਬ੍ਰੈਡਾਂ ਆਪ ਨਹੀਂ ਟੋਸਟਰ ਦੇ ਵਿੱਚ ਗਰਮ ਕਰ ਸਕਦਾ। ਤੇ ਘਰ ਵਾਲੀ ਬਾਹਰ ਗਈ ਤੇ ਮੈਂ ਕਰ ਸਕਦਾ 4 ਬ੍ਰੈਡਾਂ ਲਈਆਂ, ਬ੍ਰੈਡ ਪੀਸ ਲੈ ਕੇ ਗਰਮ ਕੀਤੇ ਤੇ ਚਟਨੀ ਪਈ ਸੀ, ਚਟਨੀ ਲਾ ਕੇ ਖਾ ਗਿਆ, ਹਰੀ ਚਟਨੀ ਆਪਣੇ ਲਾਈ ਤੇ ਖਾ ਗਿਆ। ਤੇ ਖਾ ਕੇ ਹਾਲੇ ਬੈਠਾ ਸੀ ਤੇ ਘਰ ਵਾਲੀ ਲੱਭਦੀ ਫਿਰ ਇੱਥੇ ਮੈਂ ਮਹਿੰਦੀ ਘੋਲ ਕੇ ਰੱਖੀ ਸੀ ਵਾਲਾਂ ਚ ਲਾਉਣ ਲਈ, ਉਹ ਕਿੱਧਰ ਗਈ ਹੈ। ਤੇ ਹੁਣ ਘਰ ਵਾਲਾ ਬੋਲ ਨਹੀਂ ਰਿਹਾ, ਚੁੱਪਚਾਪ ਬੈਠਾ। ਜਦੋਂ ਪਤਾ ਲੱਗਾ ਵੀ ਮਹਿੰਦੀ ਖਾਦੀ, ਆਪਣੀ ਛੋਟੀ ਛੋਟੀ ਈਗੋ ਕਰਕੇ ਕਰ ਬੈਂਦਾ ਨਾ ਗੜਬੜ। ਕਲਹ ਗੁਰੀ ਸੰਸਾਰ ਵਾਦੇ ਖਪੀਏ, ਵਿਣ ਨਾਵੇਂ ਵਿਕਾਰ ਭਰਮੇ ਪਛੀਏ। ਵਿਕਾਰ ਦਾ ਮਤਲਬ ਵਿਕਾਰਾਂ ਵਿੱਚ, ਵਿਣ ਨਾਵੇਂ ਪ੍ਰਭੂ ਦੇ ਹੁਕਮ ਨੂੰ ਛੱਡ ਕੇ, ਰੱਬੀ ਗੁਣਾਂ ਨੂੰ ਤਿਆਗ ਕੇ ਮੰਦੇ ਕਰਮ ਔਰ ਭਟਕਣਾ ਦੇ ਵਿੱਚ ਇਹ ਬੰਦਾ ਖੁਆਰ ਹੋਇਆ ਰਹਿੰਦਾ। ਪਛੀਏ ਦਾ ਮਤਲਬ ਖੁਆਰ ਹੁੰਦਾ ਹੈ, ਭਰਮ ਦਾ ਹੈ, ਭਟਕਦਾ ਹੈ, ਖੁਆਰ ਹੁੰਦਾ ਹੈ, ਵਿਕਾਰਾਂ ਦੇ ਅੰਦਰ ਖਚਤ ਹੋਇਆ ਰਹਿੰਦਾ ਹੈ ਰੱਬੀ ਹੁਕਮ ਨੂੰ ਤਿਆਗ ਕੇ। ਤੇ ਜੇ ਬੰਦਾ ਰੱਬੀ ਹੁਕਮ ਨੂੰ ਫੋਲੋ ਕਰੇ, ਸੱਚ ਨੂੰ ਮਨ ਬਚਨ ਕਰਮ ਕਰਕੇ ਫੋਲੋ ਕਰੇ, ਤਾਂ ਕਿੰਨੀ ਸੌਖੀ ਜ਼ਿੰਦਗੀ ਹੈ। ਖੱਪੇਗਾ ਨਹੀਂ, ਫਿਰ ਇਹਦੀ ਜ਼ਿੰਦਗੀ ਅੰਦਰ ਖੁਸ਼ੀ ਆਏਗੀ। ਸਾਨੂੰ ਖੁਸ਼ ਹੋਣ ਵਾਸਤੇ ਕੁਝ ਕਰਨ ਦੀ ਲੋੜ ਨਹੀਂ, ਸਿਰਫ ਅਸੀਂ ਮੰਨਣੀ ਹੈ ਖੁਸ਼ੀ। ਖੁਸ਼ੀਆਂ ਖਿਲਰੀਆਂ ਪਈਆਂ ਨੇ ਚਫੇਰੇ, ਅਸੀਂ ਇਕੱਠੀਆਂ ਕਰਨੀਆਂ ਨੇ। ਖੁਸ਼ੀਆਂ ਦੇ ਸਾਡੇ ਅੰਦਰ ਭੰਡਾਰ ਭਰੇ ਪਏ ਨੇ, ਅਸੀਂ ਉਹਨਾਂ ਨੂੰ ਮੰਨਣਾ ਹੈ। ਦੇਖੋ ਪ੍ਰੇਮ ਦਾ ਭੰਡਾਰ ਹੈ ਸਾਡੇ ਅੰਦਰ, ਸੱਚ ਦਾ ਭੰਡਾਰ ਹੈ ਸਾਡੇ ਅੰਦਰ, ਅਸੀਂ ਤਾਂ ਉਹਨਾਂ ਨੂੰ ਵਰਤਣਾ, ਸਿਰਫ ਵਰਤੋ ਉਹਨਾਂ ਨੂੰ। 4 ਚੁਫੇਰੇ ਖੁਸ਼ੀਆਂ ਨੇ। ਦੇਖੋ ਸਾਨੂੰ ਇਹ ਸੰਸਾਰ ਮਾੜਾ ਲੱਗਦਾ ਹੈ, ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਸੰਸਾਰ ਹੀ ਕਰਦਾ ਹੈ ਰੱਬ ਦੀ, ਉਹਨਾਂ ਨੂੰ ਆਰਤੀ ਕਰਦੀ ਹੋਈ ਦਿਸ ਰਹੀ ਹੈ ਨਾ, ਕੁਦਰਤ ਨਜ਼ਰੀਆ ਹੈ। ਸਾਨੂੰ ਇਹ ਦੁਨੀਆ ਅੱਗ ਪੌਣ ਪਾਣੀ ਮਾੜੀ ਲੱਗ ਰਹੀ ਹੈ, ਪਰ ਗੁਰੂ ਜੀ ਕਹਿੰਦੇ ਨੇ ਤੇ ਗਾ ਰਹੇ ਨੇ ਰੱਬ ਨੂੰ, ਉਹਨਾਂ ਨੂੰ ਸੰਗੀਤ ਦਿਸ ਰਿਹਾ ਹੈ। ਜਿਹਦੀ ਸੋਚ ਪੋਜ਼ਿਟਿਵ ਹੈ ਨਾ, ਉਹਨੂੰ ਵਗਦੇ ਦਰਿਆਵਾਂ ਵਿੱਚ, ਝੂਲਦੇ ਝੱਖੜਾਂ ਦੇ ਅੰਦਰ, ਉੱਠਦੇ ਤੂਫਾਨਾਂ ਵਿੱਚ, ਗਰਜਦੇ ਬੱਦਲਾਂ ਵਿੱਚ, ਚਮਕਦੀ ਬਿਜਲੀ ਵਿੱਚ ਔਰ ਸ਼ੋਕ ਦੇ ਦਰਿਆਵਾਂ ਦੇ ਅੰਦਰ ਵੀ ਜ਼ਿੰਦਗੀ ਦਾ ਸੰਗੀਤ ਸੁਣਾਈ ਦਿੰਦਾ ਹੈ। ਬਿਰਤੀ ਹੈ ਨਾ। ਇੱਥੇ 4 ਚਫੇਰੇ ਵੇਖੋ, ਨਦੀਆਂ, ਨਾਲੇ, ਝੀਲਾਂ, ਦਰਿਆ, ਪਹਾੜ, ਅਨੇਕਾਂ ਕਿਸਮ ਦੀ ਵਨਸਪਤੀ, ਪਸ਼ੂ, ਪੰਛੀ, ਕਿੰਨਾ ਕੁਛ ਹੈ ਜਿਨ੍ਹਾਂ ਨੂੰ ਵੇਖ ਕੇ ਸਿਰਫ ਖੁਸ਼ੀ ਹੀ ਖੁਸ਼ੀ ਮਹਿਸੂਸ ਹੁੰਦੀ ਹੈ। ਬੰਦਾ ਵਿਸਮਾਦ ਅੰਦਰ ਚਲਾ ਜਾਂਦਾ ਹੈ, ਪਰ ਨਜ਼ਰੀਆ ਨਹੀਂ ਹੈ। ਰਾਹ ਦੋਵੇਂ ਇੱਕ ਜਾਣੇ ਸੋਈ ਸਿੱਜ ਸੀ। ਹੁਣ ਇੱਥੇ 2 ਰਾਸਤੇ ਨੇ, ਇੱਕ ਸੱਚ ਦਾ ਔਰ ਇੱਕ ਝੂਠ ਦਾ, ਇੱਕ ਦੀਨ ਦਾ ਔਰ ਇੱਕ ਦੁਨੀ ਦਾ। 2 ਰਾਸਤੇ ਨੇ, ਪਾਪਾਂ ਦਾ, ਪੁੰਨਾਂ ਦਾ, ਧਰਮ ਦਾ, ਅਧਰਮ ਦਾ, ਕੋਈ ਵੀ ਨਾਮ ਦੇ ਲਓ। ਸੱਚ ਦਾ ਔਰ ਝੂਠ ਦਾ 2 ਰਾਸਤੇ ਨੇ, ਗੁਰਮੁਖਤਾ ਦਾ ਔਰ ਬੇਮੁਖਤਾ ਦਾ। ਹੁਣ ਇਹਨਾਂ 2 ਰਾਹਾਂ ਦੇ ਵਿੱਚੋਂ ਜਿਹੜਾ ਇੱਕ ਸੱਚ ਨੂੰ ਅਪਣਾਏਗਾ ਉਹ ਜਿੱਤੇਗਾ। ਰਾਹ ਦੋਵੇਂ ਇੱਕ ਜਾਣੇ ਸੋਈ ਸਿੱਜ ਸੀ। ਹੁਣ ਇੱਥੇ ਜ਼ਰੂਰਤ ਹੈ, ਦੇਖੋ ਅਸੀਂ ਖੜੇ ਹਾਂ ਕਿਸੇ ਪੁਆਇੰਟ ਦੇ ਉੱਤੇ, ਉੱਥੋਂ 2 ਰਾਸਤੇ ਨਿਕਲ ਰਹੇ ਨੇ, ਇੱਕ ਸੱਜੇ ਪਾਸੇ, ਖੱਬੇ ਪਾਸੇ, ਤੇ ਸਾਡੀ ਮੰਜ਼ਿਲ ਵੱਲ ਤਾਂ ਇੱਕ ਰਾਹ ਜਾ ਰਿਹਾ ਨਾ। ਤਾਂ ਸਾਨੂੰ ਆਪਣੀ ਮੰਜ਼ਿਲ ਵਾਲਾ ਰਾਹ ਚੁਣਨਾ ਪਵੇਗਾ, ਤਾਂ ਅਸੀਂ ਆਪਣੀ ਮੰਜ਼ਿਲ ਤੇ ਪਹੁੰਚਾਂਗੇ। ਤੇ ਜੇ ਅਸੀਂ ਡਾਇਰੈਕਸ਼ਨ ਗਲਤ ਲੈ ਲਈ, ਦੂਜੇ ਰਾਹ ਤੇ ਚਲੇ ਗਏ, ਤੇ ਮੰਜ਼ਿਲ ਤੋਂ ਤੇ ਹਰ ਕਦਮ ਦੂਰ ਜਾਏਗਾ ਨਾ। ਜਿਵੇਂ ਅਸੀਂ ਕਮੀਜ਼ ਪਾਈਏ ਨਾ, ਤੇ ਜੇ ਕਮੀਜ਼ ਦਾ ਪਹਿਲਾ ਬਟਨ ਗਲਤ ਬੰਦ ਕਰ ਲਈਏ ਤਾਂ ਉੱਤੋਂ ਤੱਕ ਫਿਰ ਸਾਰੇ ਬਟਨ ਗਲਤ ਹੀ ਬੰਦ ਹੋਣਗੇ, ਤੇ ਜੇ ਪਹਿਲਾ ਬਟਨ ਸਹੀ ਤਾਂ ਅਗਲੇ ਵੀ ਸਹੀ ਹੋ ਜਾਣਗੇ। ਜਦੋਂ ਅਸੀਂ ਪਹਿਲਾ ਕਦਮ ਮੰਜ਼ਿਲ ਵੱਲ ਸਹੀ ਵਧਾਉਂਦੇ ਆ ਨਾ, ਅਗਲੇ ਕਦਮ ਆਟੋਮੈਟਿਕਲੀ ਸਹੀ ਡਾਇਰੈਕਸ਼ਨ ਵਿੱਚ ਜਾਂਦੇ ਨੇ। ਤੇ ਜੇ ਪਹਿਲਾ ਕਦਮ ਹੀ ਸਾਡਾ ਮੰਜ਼ਿਲ ਤੋਂ ਵਿਪਰੀਤ ਹੈ ਤਾਂ ਮੰਜ਼ਿਲ ਤੋਂ, ਜੀ ਕਹਿੰਦੇ ਨੇ ਸੱਚ ਔਰ ਝੂਠ ਦੇ, ਦੀਨ ਔਰ ਦੁਨੀ ਦੇ 2 ਰਾਸਤੇ ਨੇ। ਇਹਨਾਂ ਵਿੱਚੋਂ ਜੋ ਸੱਚ ਦੇ ਰਾਸਤੇ ਨੂੰ ਚੁਣੇਗਾ, ਸਚਿਆਰਤਾ ਦੇ ਮਾਰਗ ਨੂੰ, ਸਿੱਜਸੀ ਦਾ ਮਤਲਬ ਉਹ ਇਨਸਾਨ
ਜਿੱਤੇਗਾ। ਕੁਫਰ ਗੋ ਕੁਫਰਾਣੇ ਪਿਆ ਦਜ ਸੀ। ਕੁਫਰ ਦਾ ਮਤਲਬ ਝੂਠ ਤੇ ਗੋ ਦਾ ਮਤਲਬ ਹੁੰਦਾ ਹੈ ਬੋਲਣਾ। ਕੁਫਰ ਗੋ ਦਾ ਮਤਲਬ ਝੂਠ ਬੋਲਣ ਵਾਲਾ। ਕੁਫਰ ਗੋ ਝੂਠ ਬੋਲਣ ਵਾਲਾ। ਕੁਫਰਾਣੇ ਦਾ ਮਤਲਬ ਝੂਠ ਦੇ ਅੰਦਰ। ਪਿਆ ਦਜ ਸੀ, ਦਜ ਸੀ ਦਾ ਮਤਲਬ ਸੜੇਗਾ। ਝੂਠ ਬੋਲਣ ਵਾਲਾ ਬੰਦਾ ਝੂਠ ਦੇ ਅੰਦਰ ਪਿਆ ਹੋਇਆ ਸੜੇਗਾ। ਰਾਹ ਦੋ ਨੇ ਨਾ, ਇੱਕ ਝੂਠ ਦਾ ਔਰ ਇੱਕ ਸੱਚ ਦਾ। ਤੇ ਜੇ ਉਹ ਸੱਚ ਦੇ ਰਾਹ ਤਾਂ ਠੀਕ ਹੈ, ਨਹੀਂ ਤਾਂ ਝੂਠ ਬੋਲਣ ਵਾਲਾ ਬੰਦਾ ਝੂਠ ਦੇ ਅੰਦਰ ਪਿਆ ਪਿਆ ਸੜੇਗਾ। ਔਰ ਝੂਠ ਜਿਹੜਾ ਹੈ ਸਾਰੇ ਦੁੱਖਾਂ ਦਾ ਕਾਰਨ ਹੈ। ਝੂਠ ਹੀ ਰਿਸ਼ਵਤਖੋਰੀ, ਚੋਰ ਬਜ਼ਾਰੀ 2 ਨੰਬਰ ਦਾ ਮੂਲ ਹੈ। ਚੋਰੀ ਵਾਸਤੇ ਤੁਹਾਨੂੰ ਝੂਠ ਬੋਲਣਾ ਹੀ ਪੈਣਾ। ਕਿਸੇ ਦੀ ਚੀਜ਼ ਚੁੱਕ ਕੇ ਤੁਹਾਨੂੰ ਕਹਿਣਾ ਪੈਣਾ ਮੈਂ ਨਹੀਂ ਕੀਤੀ। ਕਿਸੇ ਦੀ ਚੁਗਲੀ ਨਿੰਦਿਆ ਕਰਕੇ ਤੁਹਾਨੂੰ ਝੂਠ ਬੋਲਣਾ ਹੀ ਪੈਣਾ ਹੈ। ਸੱਚ ਨਾਲੋਂ ਦੂਰ ਜਾਣ ਵਾਸਤੇ ਝੂਠ ਬੋਲਣਾ ਹੀ ਪੈਣਾ ਹੈ। ਝੂਠਾ ਕੋਈ ਕਰਮ ਕਰੋਗੇ ਤਾਂ ਤੁਹਾਡਾ ਮਤਲਬਣਗੇ, ਝੂਠ ਬੋਲਣ ਵਾਲੇ ਦੇ ਰਿਸ਼ਤੇ ਨਾਤੇ ਟੁੱਟਣਗੇ। ਇਹ ਸਾਰਾ ਕੁਝ ਕਿਉਂ ਹੈ? ਝੂਠ। ਔਰ ਹੈਰਾਨੀ ਦੀ ਗੱਲ ਇਹ ਹੈ, ਬੰਦਾ ਕਹਿੰਦਾ ਹੈ ਕਿ ਰੱਬ ਸਾਡੀ ਰਾਖੀ ਕਰਦਾ। ਅਸੀਂ ਕਹਿੰਦੇ ਆ ਨਾ ਰੱਬ ਸਾਡੀ ਰਾਖੀ ਕਰਦਾ, ਪਰ ਐਕਸਪਲੇਨ ਇਸ ਢੰਗ ਦੇ ਨਾਲ ਕੀਤਾ ਹੈ ਕਿ ਅਸੀਂ ਰੱਬ ਨੂੰ ਵੀ ਮਜ਼ਾਕ ਬਣਾ ਕੇ ਰੱਖ ਲਿਆ ਹੈ। ਰੱਬ ਰਾਖੀ ਕਰਦਾ ਹੈ। ਜਿੰਨੇ ਵੀ ਗੁਰਦੁਆਰੇ ਨੇ, ਮੰਦਿਰ ਨੇ, ਮਸਜਿਦ ਨੇ, ਗਿਰਜੇ ਨੇ, ਜਾਂ ਇਹਨਾਂ ਧਰਮਾਂ ਦੇ ਪ੍ਰਚਾਰਕ ਔਰ ਪ੍ਰਬੰਧਕ ਨੇ, ਸੰਤ ਬਾਬੇ ਨੇ, ਸਾਰੇ ਕਹਿ ਰਹੇ ਨੇ ਰੱਬ ਰਾਖੀ ਕਰਦਾ ਹੈ। ਤੇ ਗੁਰਦੁਆਰਿਆਂ ਦੇ ਅੰਦਰ ਕੈਮਰੇ ਲਾਏ ਨੇ, ਮੰਦਿਰਾਂ ਦੇ ਵਿੱਚ ਕੈਮਰੇ ਲਾਏ ਨੇ। ਹੁਣ ਬੰਦਾ ਪੁੱਛੇ ਵੀ ਰੱਬ ਰਾਖੀ ਕਰਦਾ ਕਿ ਰੱਬ ਦੀ ਰਾਖੀ ਕੈਮਰੇ ਕਰਦੇ? ਪ੍ਰੋਬਲਮ ਹੈ ਨਾ, ਅਸੀਂ ਰੱਬ ਨੂੰ ਮਜ਼ਾਕ ਬਣਾ ਰਿਹਾ, ਅਸੀਂ ਆਪਣੇ ਆਪ ਨੂੰ ਮਜ਼ਾਕ ਬਣਾ ਰਿਹਾ। ਬੰਦਾ ਇਹ ਨਹੀਂ ਸੋਚ ਰਿਹਾ ਕਿ ਮੈਂ ਕਹਿ ਕੀ ਰਿਹਾ ਤੇ ਮੇਰੀਆਂ ਗੱਲਾਂ ਦਾ ਅਸਰ ਕੀ ਹੈ। ਜੇ ਬੰਦਾ ਰੱਬ ਨੂੰ ਸਮਝਦਾ ਕਿ ਰੱਬ ਸਾਡੀ ਰਾਖੀ ਕਰਦਾ ਕਿਵੇਂ ਹੈ, ਅੰਦਰ ਬੈਠਾ ਹੈ, ਰੱਬ ਹੈ ਸੱਚ ਤੇ ਸਾਡੀ ਸੱਚ ਰਾਖੀ ਕਰਦਾ। ਜਦੋਂ ਅਸੀਂ ਝੂਠ ਬੋਲਦੇ ਹਾਂ, ਰੱਬ ਸਾਨੂੰ ਸੱਚ ਤੋਂ ਝੂਠ ਤੋਂ ਬਚਾਉਂਦਾ ਹੈ। ਰੱਬ ਹੈ ਪ੍ਰੇਮ ਸਰੂਪ। ਜਦੋਂ ਅਸੀਂ ਪ੍ਰੇਮ ਦੇ ਨਾਲ ਜੁੜਦੇ ਹਾਂ ਤਾਂ ਰੱਬ ਸਾਨੂੰ ਈਰਖਾ ਤੋਂ ਬਚਾਉਂਦਾ ਹੈ। ਰਾਖੀ ਤੇ ਉਹਨੇ ਐਵੇਂ ਕਰਨੀ ਸੀ, ਇਨਸਾਨੀਅਤ ਦੀ, ਜ਼ਮੀਰ ਦੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੇ ਇਸ ਸੱਚ ਦੇ ਰਾਸਤੇ ਨੂੰ ਬੰਦਾ ਨਹੀਂ ਚੁਣੇਗਾ ਨਾ, ਤਾਂ ਜਿਹੜਾ ਝੂਠ ਬੋਲਣ ਵਾਲਾ ਹੈ, ਝੂਠ ਦੇ ਅੰਦਰ ਸਾਰੀ ਉਮਰ ਵਿਕਾਰਾਂ ਕਰਕੇ ਸੜਦਾ ਰਹੇਗਾ। ਹੁਣ ਦੇਖੋ ਆਪਣੀ ਵਿਚਾਰ ਕਿੰਨੀ ਪਿਆਰੀ ਦੇ ਰਹੇ ਨੇ, ਸਾਨੂੰ ਐਂਗਲ ਦੇ ਰਹੇ ਨੇ ਬਹੁਤ ਪਿਆਰਾ। ਸਭ ਦੁਨੀਆ ਸੁਭਾਨ ਸੱਚ ਸਮਾਈ ਹੈ। ਸੁਭਾਨ ਦਾ ਮਤਲਬ ਸੁੰਦਰ, ਸਭ ਦੁਨੀਆ ਦਾ ਮਤਲਬ ਸਾਰੀ ਦੁਨੀਆ ਬੜੀ ਸੁੰਦਰ ਹੈ, ਬੜੀ ਸੋਹਣੀ ਹੈ ਦੁਨੀਆ, ਬੜਾ ਸੋਹਣਾ ਹੈ ਇਹ ਸੰਸਾਰ। ਬੜੇ ਸੋਹਣੇ ਨੇ ਸਾਰੇ ਇਸਤਰੀਆਂ, ਪੁਰਸ਼, ਬੱਚੀਆਂ, ਬੱਚੇ, ਨਾਨਕੇ, ਦਾਦਕੇ, ਚਾਚੇ, ਤਾਏ, ਭੈਣਾਂ, ਭਰਾ, ਸਹੁਰੇ, ਜੋ ਵੀ ਨੇ, ਸੱਜਣ ਮਿੱਤਰ, ਬੜੇ ਸੋਹਣੇ ਨੇ। ਸਾਰੀ ਦੁਨੀਆ ਬੜੀ ਸੋਹਣੀ, ਪਰ ਸੋਹਣੀ ਕਦੋਂ ਹੈ? ਸੱਚ ਸਮਾਈ ਹੈ। ਜੇ ਸੱਚ ਦੇ ਅੰਦਰ ਸਮਾ ਜਾਈਏ ਤਾਂ ਸੋਹਣੀ। ਪਰ ਜੇ ਸੱਚ ਦੇ ਅੰਦਰ ਨਹੀਂ ਸਮਾਓਗੇ, ਦੁਨੀਆ ਕਰੂਪ ਹੈ, ਬੜੀ ਭੈੜੀ ਹੈ। ਹੁਣ ਇਸ ਦੁਨੀਆ ਨੂੰ ਭੈੜੀ ਬਣਾਉਣਾ ਹੈ ਕਿ ਸ਼ੋਭਨੀਕ ਬਣਾਉਣਾ ਹੈ, ਇਹ ਫੈਸਲਾ ਅਸੀਂ ਕਰਨਾ ਹੈ। ਸਭ ਦੁਨੀਆ ਸੁਭਾਨ ਸੱਚ ਸਮਾਈ ਹੈ। ਸਾਰੀ ਦੁਨੀਆ ਬੜੀ ਸੁੰਦਰ ਹੈ, ਬਹੁਤ ਸੁੰਦਰ। ਪਰ ਸੁੰਦਰ ਤਾਂ ਹੈ ਜੇ ਸੱਚ ਦੇ ਅੰਦਰ ਸਮਾ ਜਾਓ। ਤੁਹਾਡੇ ਆ ਰਿਸ਼ਤੇ ਨਾਤੇ ਜਿੰਨੇ ਨੇ ਬੜੇ ਸੋਹਣੇ ਨੇ, ਸੱਜਣ ਮਿੱਤਰ ਦੋਸਤ ਬੜੇ ਸੋਹਣੇ ਨੇ, ਪਰ ਸੋਹਣੇ ਤਾਂ ਨੇ ਜੇ ਸੱਚ ਦੇ ਅੰਦਰ ਸਮਾ ਜਾਓ। ਜੇ ਸੱਚ ਦੇ ਅੰਦਰ ਨਹੀਂ ਸਮਾਏ ਤੇ ਬੜੇ ਖਤਰਨਾਕ ਨੇ। ਕੋਈ ਵੀ ਬੰਦਾ ਖਤਰਨਾਕ ਹੋ ਸਕਦਾ ਹੈ। ਜਿਹੜਾ ਸੱਚ ਦੇ ਅੰਦਰ ਨਹੀਂ ਸਮਾਇਆ, ਉਹ 2 ਨੰਬਰ ਦੇ ਧੰਦੇ ਕਰਕੇ ਲੋਕਾਂ ਦੀ ਜਾਨ ਲੈ ਰਿਹਾ ਹੈ। ਡੁਪਲੀਕੇਟ ਦਵਾਈਆਂ, ਲੋਕ, ਰਿਸ਼ਵਤਖੋਰੀ, ਚੋਰ ਬਜ਼ਾਰੀ। ਜੇ ਸੱਚ ਨਹੀਂ ਤਾਂ ਫਿਰ ਰਿਸ਼ਤੇਦਾਰੀਆਂ ਵੀ, ਦਾਜ, ਦਹੇਜ, ਸਾਰਾ ਕੁਝ ਕੀ ਹੈ? ਜੇ ਸੱਚ ਨਹੀਂ ਤੇ ਜਾਤੀਵਾਦ ਅਗੇ ਵਗੈਰਾ। ਕਿੰਨੀ ਬੁਰੀ ਦੁਨੀਆ ਬਣ ਗਈ ਨਾ। ਕਿੰਨੇ ਬਣਾਈ ਬੰਦੇ ਨੇ। ਦੁਨੀਆ ਸੋਹਣੀ ਸੀ, ਸੋਹਣੀ ਬਣ ਸਕਦੀ ਹੈ ਜੇ ਬੰਦਾ ਸੱਚ ਵਿੱਚ ਜੁੜ ਜਾਏ। ਤੇ ਜੇ ਸੱਚ ਦੇ ਨਾਲ ਨਹੀਂ ਜੁੜੇਗਾ ਤੇ ਦੁਨੀਆ ਬੁਰੀ ਹੋ ਜਾਏਗੀ। ਡਿਪੈਂਡ ਸਾਡੇ ਤੇ ਕਰਦਾ ਹੈ। ਇਸ ਲਈ ਗੁਰੂ ਜੀ ਇਸ ਸੰਸਾਰ ਨੂੰ ਸੋਹਣਾ ਬਣਾਉਣ ਵਾਸਤੇ ਪ੍ਰੇਰ ਰਹੇ ਨੇ। ਤੁਹਾਡਾ ਜੀਵਨ ਬੜਾ ਸੋਹਣਾ ਹੈ, ਸੁੰਦਰ ਹੈ, ਇਹਨੂੰ ਸੁੰਦਰ ਬਣਾਓ ਤਾਂ ਸੋਹਣਾ ਹੈ ਜੇ ਸੱਚ ਨਾਲ ਜੁੜੋਗੇ। ਤੇ ਜੇ ਸੱਚ ਦੇ ਨਾਲ ਨਹੀਂ ਜੁੜੋਗੇ ਤੇ ਬੜਾ ਭੈਭੀਤ ਕਰਨ ਵਾਲਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ
तिना मुख डरावने जिनी विसारियो नाओ। जिन्हां ने सच ਨੂੰ ਵਿਸਾਰ ਦਿੱਤਾ ਹੈ ਉਹਨਾਂ ਦੇ ਚਿਹਰੇ ਬੜੇ ਡਰਾਵਨੇ ਨੇ, ਭੈਭੀਤ ਕਰ ਦੇਣ ਵਾਲੇ ਨੇ। ਅੱਜ ਬੰਦੇ ਤੋਂ ਡਰ ਲੱਗ ਰਿਹਾ ਹੈ ਬੰਦੇ ਨੂੰ। ਕਿੱਥੇ ਕਿਸੇ ਦੀ ਇੱਜ਼ਤ ਜਾਨ ਔਰ ਮਾਲ ਲੁੱਟਿਆ ਜਾਏ ਕੋਈ ਪਤਾ ਨਹੀਂ। ਇਹ ਉਹਨਾਂ ਲੋਕਾਂ ਕਰਕੇ ਹੈ ਨਾ ਜਿਹੜੇ ਸੱਚ ਨਾਲੋਂ ਟੁੱਟੇ ਨੇ। ਡਰਾਵਣਾ ਹੈ ਸਾਰਾ ਕੁਝ। ਕਿੰਨਾ ਡਰਾਵਣਾ ਨਕਸ਼ਾ ਹੈ ਕਿ ਗੁਰਦੁਆਰੇ ਮੰਦਰ ਔਰ ਮਸੀਤਾਂ ਦੇ ਅੰਦਰ ਕੈਮਰੇ ਲਗਾਣੇ ਪੈ ਰਹੇ ਨੇ, ਸਿਕਿਉਰਿਟੀ ਕੈਮਰੇ, ਸਿਕਿਉਰਿਟੀ ਅਲਾਰਮ। ਇਹ ਡਰਾਵਣਾ ਕੌਣ ਹੈ? ਬੰਦਾ ਡਰਾਵਣਾ ਹੈ ਜਿਹੜਾ ਸੱਚ ਦੇ ਨਾਲੋਂ ਟੁੱਟ ਗਿਆ ਹੈ। ਤੇ ਅਖੀਰਲਾ ਬਚਨ ਕਰਦੇ ਨੇ, ਸਿੱਝੇ ਦਰ ਦੀਵਾਨ ਆਪ ਗਵਾਈਐ। ਦਰ ਦੀਵਾਨ ਦਾ ਮਤਲਬ ਰੱਬ ਦੀ ਦਰਗਾਹ ਵਿੱਚ, ਰੱਬ ਦੀ ਕਚਹਿਰੀ ਵਿੱਚ। ਸਿੱਝੇ ਦਾ ਮਤਲਬ ਸੁਰਖਰੂ ਹੋ ਜਾਂਦਾ ਹੈ। ਸਿੱਝੇ ਦਰ ਦੀਵਾਨ, ਉਹ ਰੱਬ ਦੇ ਦਰ ਤੇ ਸੁਰਖਰੂ ਹੋ ਜਾਂਦਾ ਹੈ। ਕੌਣ? ਆਪ ਗਵਾਈਏ, ਜੇ ਆਪਣਾ ਆਪਾ ਗਵਾ ਦੇਵੇ, ਜੇ ਆਪਣੀ ਈਗੋ ਨੂੰ ਮਿਟਾ ਦੇਵੇ, ਆਪਣੀ ਮੱਤ ਨੂੰ ਛੱਡ ਦੇਵੇ, ਤਾਂ ਉਹ ਬੰਦਾ ਰੱਬ ਦੇ ਦਰ ਤੇ ਪ੍ਰਵਾਨ ਹੋ ਸਕਦਾ ਹੈ। ਆਪਣੇ ਆਪੇ ਨੂੰ ਗਵਾ ਕੇ, ਆਪਣੀ ਈਗੋ ਨੂੰ ਛੱਡ ਕੇ, ਆਪਣੀ ਮੱਤ ਨੂੰ ਛੱਡ ਕੇ ਰੱਬੀ ਰਜ਼ਾ ਦੇ ਅੰਦਰ ਤੁਰ ਕੇ ਬੰਦਾ ਕਾਮਯਾਬ ਹੋ ਸਕਦਾ ਹੈ, ਸੋਹਣਾ ਹੋ ਸਕਦਾ ਹੈ, ਰੱਬ ਦੇ ਦਰ ਤੇ ਪ੍ਰਵਾਨ ਹੋ ਸਕਦਾ ਹੈ। ਇਹ ਜ਼ਿੰਦਗੀ ਮੁਬਾਰਕ ਹੋ ਸਕਦੀ ਹੈ ਔਰ ਹਰ ਇੱਕ ਦੀ ਹੋ ਸਕਦੀ ਹੈ, ਮੇਰੀ ਵੀ, ਤੁਹਾਡੀ ਵੀ, ਸਾਰੇ ਸੰਸਾਰ ਦੀ। ਪਰ ਆਪਣਾ ਆਪਾ ਗਵਾਉਣਾ ਹੈ। ਆਪਣਾ ਆਪਾ ਗਵਾਉਣ ਦਾ ਮਤਲਬ ਈਗੋ ਛੱਡਣੀ ਹੈ, ਇਨਫੀਰੀਓਰਿਟੀ ਕੰਪਲੈਕਸ ਵੀ ਖਤਮ ਕਰਨਾ ਹੈ ਤੇ ਸੁਪਰੀਓਰਿਟੀ ਕੰਪਲੈਕਸ ਵੀ ਖਤਮ ਕਰਨਾ ਹੈ। ਗੱਲ ਤਾਂ ਸਿਰਫ ਇੰਨੀ ਹੈ, ਆਪਣੀ ਸੋਚ ਨੂੰ ਛੱਡ ਕੇ ਵਿਸ਼ਾਲ ਸੋਚ ਨੂੰ ਅਪਣਾਉਣਾ ਹੈ। ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਨੂੰ ਅਪਣਾਉਣਾ ਹੈ। ਝੂਠ ਨੂੰ ਛੱਡ ਕੇ ਸੱਚ ਨੂੰ ਅਪਣਾਉਣਾ ਹੈ। ਤਾਂ ਇਹ ਦੁਨੀਆ ਸੋਹਣੀ ਬਣ ਜਾਏਗੀ ਔਰ ਬੰਦਾ ਰੱਬੀ ਦਰ ਦੇ ਉੱਤੇ ਪ੍ਰਵਾਨ ਹੋ ਜਾਏਗਾ। ਦੇਖੋ ਕਿੰਨਾ ਸੌਖਾ ਸਾਧਨ, ਕਿੰਨਾ ਸੌਖਾ ਰਾਸਤਾ ਗੁਰੂ ਸਾਹਿਬ ਜੀ ਨੇ ਸਾਨੂੰ ਇੱਕ ਇੱਕ ਸਲੋਕ ਵਿੱਚ, ਇੱਕ ਇੱਕ ਪੌੜੀ ਵਿੱਚ, ਇੱਕ ਇੱਕ ਸ਼ਬਦ ਵਿੱਚ ਔਰ ਇੱਕ ਇੱਕ ਪੰਕਤੀ ਦੇ ਅੰਦਰ ਦਿੱਤਾ ਹੈ। ਗੁਰਬਾਣੀ ਦੇ ਕਿਸੇ ਲੋਕ, ਪੌੜੀ, ਕਿਸੇ ਸ਼ਬਦ, ਕਿਸੇ ਛੰਤ ਨੂੰ, ਕਿਸੇ ਇੱਕ ਲਾਈਨ ਨੂੰ ਅਮਲ ਵਿੱਚ ਲੈ ਆਓ, ਜ਼ਿੰਦਗੀ ਸੌਖੀ ਰਹੇਗੀ। ਹੁਕਮ ਰਜ਼ਾਈ ਚੱਲਣਾ, ਇੰਨੀ ਕੈਸੀ ਪੰਕਤੀ ਨੂੰ ਜ਼ਿੰਦਗੀ ਸਫਲ ਹੋ ਜਾਏਗੀ। ਬੋਲੀਏ ਨਾ ਬੋਲੀਏ, ਇਹਦੇ ਤੇ ਅਮਲ ਕਰ ਲਓ, ਜ਼ਿੰਦਗੀ ਸੋਹਣੀ ਹੋ ਜਾਏਗੀ। ਪਰ ਜ਼ਰੂਰਤ ਤਾਂ ਅਮਲ ਕਰਨ ਦੀ ਹੈ ਨਾ। ਇਹਨੂੰ ਕਹਿੰਦੇ ਨੇ ਆਪਣਾ ਆਪ ਗਵਾਉਣਾ। ਤਾਂ ਗੁਰੂ ਜੀ ਕਹਿੰਦੇ ਨੇ ਜੋ ਆਪਣੇ ਆਪੇ ਨੂੰ ਗਵਾਏਗਾ, ਜੋ ਆਪਣੀ ਮੱਤ ਨੂੰ, ਈਗੋ ਨੂੰ ਛੱਡੇਗਾ, ਉਹ ਪ੍ਰਭੂ ਦਰ ਤੇ ਪ੍ਰਵਾਨ ਹੋ ਜਾਏਗਾ। ਇਹਨਾਂ ਕੁਛ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ। ਹੁਣ ਜੇ ਕਿਸੇ ਵੀਰ ਭੈਣ ਨੇ ਅੱਜ ਦੀ ਇਸ ਵਿਚਾਰ ਵਿੱਚ ਕੋਈ ਸਵਾਲ ਕਰਨਾ ਹੈ ਤਾਂ ਆਪਣਾ ਸਵਾਲ ਪੁੱਛ ਸਕਦੇ ਹੋ, ਜੇ ਕੋਈ ਚੀਜ਼ ਸਮਝ ਨਹੀਂ ਆਈ। ਔਰ ਜੇ ਕਿਸੇ ਵੀਰ ਭੈਣ ਨੇ ਆਪਣਾ ਕੋਈ ਵਿਊਜ਼ ਦੇਣਾ ਹੈ, ਆਪਣੇ ਵਿਚਾਰ ਦੇਣੇ ਨੇ, ਤਾਂ ਉਹ ਆਪਣੇ ਵਿਚਾਰ ਵੀ ਦੇ ਸਕਦੇ ਹੋ। ਅਨਮਿਊਟ ਹੋ ਜਾਓ। ਤੇ ਫੇਸਬੁੱਕ ਤੇ ਜਿਹੜੀਆਂ ਮੇਰੀਆਂ ਭੈਣਾਂ ਜਾਂ ਵੀਰ ਸਰਵਣ ਕਰ ਰਹੇ ਨੇ, ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।